गुरु है बाणी बिच बाणी अमृत सारे। गुरबाणी कहे सेवक जन मानै। गुरबाणी कहे सेवक जन मानै। प्रतख गुरु निस्तारे। जागत जोत जपै निस्बासुर एक बिना मन नायक नायान। पूर्ण प्रेम प्रतीत सजै। ब्रत गोर मड़ी मट पूल न मानै। जपो प्यारेओ सारे जाग दी जोत। जपो प्यारेओ सारे जाग दी जोत नो। जपो प्यारेओ सारे जाग दी जोत नो। जपो प्यारेओ सारे जाग दी जोत। जपो प्यारेओ सारे जाग दी जोत नू। जपो प्यारेओ सारे जाग दी जोत। जपो प्यारेओ सारे जाग दी जोत नू। जपो प्यारेओ सारे जाग दी जोत नू। जपो प्यारेओ सारे जाग दी जोत नू। जपो प्यारेओ सारे जाग दी जोत। जपो प्यारेओ सारे जाग दी जोत नू। जपो प्यारेओ सारे जाग दी जोत नू। सुर की बाणी आई तिन सगली चिंत मिटाई। दयाल पुरख मेहरबाना। हर नानक साच बखाना। दयाल पुरख मेहरबाना। बाणी गुरु ते गुरु है गुरबाणी। बाणी है स्वरूप गुरां दा। बाणी गुरु ते गुरु है गुरबाणी। बाणी है स्वरूप गुरां दा। बाणी गुरु ते गुरु है बाणी। बाणी है स्वरूप रब दा। बाणी गुरु ते गुरु है बाणी। बाणी है स्वरूप रब दा। बाणी गुरु ते गुरु है बाणी। बाणी है स्वरूप रब दा। बाणी गुरु ते गुरु है बाणी। बाणी है स्वरूप राम दा। अरे जी बाणी है स्वरूप रब दा। प्यारेओ बाणी है स्वरूप रब दा। प्यारेओ बाणी है स्वरूप रब दा। प्यारेओ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ ਹੱਥ ਜੋੜ ਕੇ ਇਹੋ ਅਰਦਾਸ ਮੇਰੀ ਹੱਥ ਜੋੜ ਕੇ ਇਹੋ ਅਰਦਾਸ ਮੇਰੀ ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ ਹੱਥ ਜੋੜ ਕੇ ਹੋ ਅਰਦਾਸ ਮੇਰੀ ਹੱਥ ਜੋੜ ਕੇ ਹੋ ਅਰਦਾਸ ਮੇਰੀ ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ ਜੋੜ ਕੇ ਹੋ ਅਰਦਾਸ ਮੇਰੀ ਹੱਥ ਜੋੜ ਕੇ ਹੋ ਅਰਦਾਸ ਮੇਰੀ ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ ਹੱਥ ਜੋੜ ਕੇ ਹੋ ਅਰਦਾਸ ਮੇਰੀ ਹੱਥ ਜੋੜ ਕੇ ਇਹੋ ਅਰਦਾਸ ਮੇਰੀ ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ ਹੱਥ ਜੋੜ ਕੇ ਹੋ ਅਰਦਾਸ ਮੇਰੀ ਹੱਥ ਜੋੜ ਕੇ ਹੋ ਅਰਦਾਸ ਮੇਰੀ ਚਰਨਾਂ ਦੇ ਨਾਲ ਪ੍ਰੀਤ ਨਿਭਜੇ ਹੱਥ ਜੋੜ ਕੇ ਹੋ ਅਰਦਾਸ ਮੇਰੀ ਹੱਥ ਜੋੜ ਕੇ ਹੋ ਅਰਦਾਸ ਮੇਰੀ ਪਾਰਖੀ ਨਾ ਪ੍ਰੀਤਮਾ ਪ੍ਰੀਤ ਮੇਰੀ ਅਰਖੀ ਨਾ ਪ੍ਰੀਤਮਾ ਪ੍ਰੀਤ ਮੇਰੀ ਅਰਖੀ ਨਾ ਪ੍ਰੀਤਮਾ ਪ੍ਰੀਤ ਮੇਰੀ ਪਾਰਖੀ ਨਾ ਪ੍ਰੀਤਮਾ ਪ੍ਰੀਤ ਮੇਰੀ ਅਰਖੀ ਨਾ ਪ੍ਰੀਤਮਾ ਪ੍ਰੀਤ ਮੇਰੀ ਇਹਨੂੰ ਹੋਰ ਨਾ ਕੋਈ ਖਰੀਦ ਸਕੇ ਇਹਨੂੰ ਹੋਰ ਨਾ ਕੋਈ ਖਰੀਦ ਸਕੇ ਕਹਿਣੇ ਜਿੰਦ ਰਹਿ ਕਹਿਣੇ ਜਿੰਦ ਰਹਿ ਤੁਸਾਂ ਦੇ ਪਾਸ ਮੇਰੀ ਕਹਿਣੇ ਜਿੰਦ ਰਹਿ ਤੁਸਾਂ ਦੇ ਪਾਸ ਮੇਰੀ ਇਹਨੂੰ ਹੋਰ ਨਾ ਕੋਈ ਖਰੀਦ ਸਕੇ ਕਹਿਣੇ ਰਿੰਦ ਤੁਸਾਂ ਦੇ ਪਾਸ ਮੇਰੇ ਕਹਿਣੇ ਰਿੰਦ ਰਹਿ ਤੁਸਾਂ ਮੇਰੀ ਪੀ ਪ੍ਰਤੀਤ ਬਣਾਈ ਰੱਖੀ ਮੇਰੀ ਪੀ ਪ੍ਰਤੀਤ ਬਣਾਈ ਰੱਖੀ ਮੇਰੀ ਪ੍ਰੀਤ ਪ੍ਰਤੀਤ ਬਣਾਈ ਰੱਖੀ ਮੇਰੀ ਪ੍ਰੀਤ ਪ੍ਰਤੀਤ ਬਣਾਈ ਰੱਖੀ ਪਾਰਖੀ ਨਾ ਪਾਰਖੀ
ਰੱਖੀ ਨਾ ਪ੍ਰੀਤਮਾ ਪ੍ਰੀਤ ਮੇਰੀ, ਹੱਥ ਜੋੜ ਕੇ ਹੋ ਅਰਦਾਸ ਮੇਰੀ, ਹੱਥ ਜੋੜ ਕੇ ਹੋ ਅਰਦਾਸ ਮੇਰੀ, ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਦੇ, ਹੱਥ ਜੋੜ ਕੇ ਹੋ ਅਰਦਾਸ ਮੇਰੀ, ਹੱਥ ਜੋੜ ਕੇ ਹੋ ਅਰਦਾਸ ਮੇਰੀ, ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਦੇ, ਹੱਥ ਜੋੜ ਕੇ ਹੋ ਅਰਦਾਸ ਮੇਰੀ, ਹੱਥ ਜੋੜ ਕੇ ਹੋ ਅਰਦਾਸ ਮੇਰੀ। ਰਾਜਾਨ ਰਾਜਪਾਲਾਂ ਪਾਨ ਦੇਵਾਨ ਦੇ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੰਦਰ ਆਪ ਸਰਬੱਤ ਗੁਰਸਿੱਖ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ। ਆਓ, ਗੁਰੂ ਸਾਹਿਬ ਨੇ ਬੜੀ ਅਪਾਰ ਰਹਿਮਤ ਕਿਰਪਾ ਕੀਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਜੋ ਅੱਜ ਦਾ ਸੰਪੂਰਨਤਾ ਦਿਵਸ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਓ ਆਪ ਜੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਪਾਰ ਕਿਰਪਾ ਰਹਿਮਤ ਕਰ ਰਹੇ ਨੇ। ਜਿੰਨੀਆਂ ਵੀ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ, ਪਿਆਰ ਤੇ ਸਤਿਕਾਰ ਦੇ ਨਾਲ ਆਪੋ ਆਪਣੀਆਂ ਹਾਜ਼ਰੀਆਂ ਲਵਾਓ। ਕੋਈ ਵੀ ਰਸਨਾ ਬੰਨੀ ਨਾ ਰਵੇ, ਸਾਰੇ ਇੱਕੋ ਵਾਰੀ ਕਹਿਣ ਤੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਰੋਜ਼ ਤੋਂ ਲੈ ਕਰਕੇ ਆਪਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਜੋ ਇਤਿਹਾਸਕ ਦਿਹਾੜੇ ਹਨ ਉਹ ਮਨਾ ਰਹੇ ਹਾਂ। ਪਹਿਲਾ ਪ੍ਰਕਾਸ਼ ਪੁਰਬ ਉਪਰੰਤ ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਦਿਵਸ ਆਪਾਂ ਕੱਲ੍ਹ ਮਨਾਇਆ। ਅੱਜ ਦੋ ਪਾਵਨ ਪਵਿੱਤਰ ਜਿਹੜੇ ਇਤਿਹਾਸਕ ਦਿਹਾੜੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸੰਪੂਰਨਤਾ ਦਿਵਸ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਦਾ ਜੋਤੀ ਜੋਤ ਸਰੂਪ ਜਿਹੜਾ ਸਮਾਉਣਾ, ਉਹ ਅੱਜ ਪਾਵਨ ਪਵਿੱਤਰ ਦੋ ਦਿਹਾੜੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਤਾ ਗੱਦੀ ਤੋਂ ਉਪਰੰਤ ਸਤਿਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ। ਭਾਦਰੋਂ ਸੁਦੀ ਤੀਜ, ਜੋ ਕਿ ਭਾਦਰੋਂ ਬਦੀ ਤੀਜ, ਅੱਜ ਵਾਲੇ ਪਾਵਨ ਪਵਿੱਤਰ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਸੰਗਤ ਨੂੰ ਜੋੜ ਕਰਕੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਦੇ ਨੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਨੇ। ਉਪਰੰਤ ਫਿਰ ਬੜਾ ਜਿਹੜਾ ਪਿਰਥੀ ਚੰਦ ਨੇ ਵਿਰੋਧ ਵੀ ਕੀਤਾ ਤੇ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇ ਕੇ ਗਏ ਨੇ। ਪਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਪੱਗ ਦੀ ਰਸਮ ਕਰਨ ਲੱਗੇ, ਇੱਕ ਗੁਰਿਆਈ ਦੀ ਪੱਗ ਹੈ, ਇੱਕ ਦੁਨਿਆਵੀ ਸੰਸਾਰੀ ਪੱਗ ਹੈ। ਸੰਸਾਰੀ ਪੱਗ ਬਾਬਾ ਬੁੱਢਾ ਸਾਹਿਬ ਜੀ, ਬਾਬਾ ਪਿਰਥੀ ਚੰਦ ਜੀ ਵੱਡੇ ਨੇ, ਉਹਨਾਂ ਦੇ ਸਿਰ ਤੇ ਗੁਰਿਆਈ ਦੀ ਪੱਗ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ ਤੇ ਬੰਨ੍ਹਦੇ ਆ। ਪਰ ਬਾਬਾ ਪਿਰਥੀ ਚੰਦ ਉਸ ਵੇਲੇ ਬੜਾ ਵਿਰੋਧ ਕਰਦਾ। ਆਪਾਂ ਇਤਿਹਾਸ ਵੀ ਸੁਣਿਆ
उस वक्त फिर गुरु अर्जन देव महाराज आप फिर खड़े हुंदे आ। वो पग बाबा पिरथी चंद नूं, गुरियाई दी पग जिहड़ी बाबा पिरथी चंद नूं दे के कि इहदे पिछे झगड़ा करन दी बात नहीं है। बाबा बुढ़ा साहब जी होर संगतां नूं गुरु साहब जियां ने कहा कि जिहड़ी बख्शिश है उहनूं ते थोड़ी कोई मेट सकदा है। वो एक आ दुनियावी कपड़े दे विच थोड़ा वजी हुई है। जिहड़ी बख्शिश है वो गुरु साहब जी करके गए ने। पिरथी चंद ने बड़ा जोर लाया पर संगत सच जान गई सी। उपरंत अमृतसर साहब की धरती ते आपां जाणदे हां ऐसा भी समा पिरथी चंद ने लियाता जिहड़े मसंद सी उन्हां नूं अपने नाल जोड़ लए। अपने नाल जोड़ के पिरथी चंद ने सद संगत जी गुरु कईयां रस्तां बस्तां भी रोक लईआं सी। गुरु साहब जियां दे दर ते तां हुण इन्नी संगत लंगर वास्ते आउंदी सी। कोई वेला सी गुरु अर्जन देव पातशाह महाराज जियां दे लई 2 प्रशादियां दा आटा निकलिया सी। इदां दा भी समा आया सी ते इदां दे समय विच पिरथी चंद ने लियांदे पर कूड़ निखुट्टे नानका ओढ़क सच रही। सच संसार दे सामने आया। गुरु अर्जन देव महाराज जियां ने वड्डियां रहमतां बख्शिशां बरताइयां जो गुरु रामदास महाराज ड्यूटी सेवा ला के गए। तो अज गुरु रामदास महाराज जियां दा ज्योति जोत समाउणा वो भी अज इस पावन पवित्र दिहाड़े दे नाल संबंधित है। दूसरा वड्डी पद्धर दे उत्ते अज दमदमा साहिब की धरती ते संपूर्णता दिवस मनाया। साहिब श्री गुरु ग्रंथ साहिब महाराज जियां दा ये सतगुरु सच्चे पातशाह जी उस वेले किसी वेले कलगीधर सच्चे पातशाह सिखां दे नाल वादा कीता सी। क्यों लोड़ पै गई सी आनंदपुर साहिब की धरती ते सतगुरु गुरु गोबिंद सिंह महाराज एक बार संगतां विच सुभाएमान ने। इदां सारियां संगतां बैठियां ने ते एक सिख पाठ कर रहा पंज ग्रंथी दा। दखणी ओंकार दी बाणी जदों पढ़दे आ ना, कहंदे पढ़दे बाणी जिहड़ी गलत पढ़ी गई। दुलामां दे थां ते एक लां दा उचारण कीता गया। हुण लागे एक सिख सुन रहा गुरबाणी। अज ते जे कोई गुरसिख किसी नूं दसदा ना भी इत्थे यार तूं लगदा है गलती है, बंदा कहंदा तूं बड़ा बड़ा पाठी बनिया फिरदा। उस वेले इदां दा भी होया। साध संगत जी हमेशा वास्ते जिहड़ा तुहाडी कोई गलती दसदा है उहनूं सब तो वड्डा मित्र जाणो। आखो सतनाम श्री वाहिगुरू। सब तो वड्डा मित्र उहनूं जाण लओ। चाणकिया जी लिखते आ कहंदे जिहड़ा तुहाडी मूँह ते वडियाई ते पिठ पिछे निंदिया करदा सब तो वड्डा दुश्मन है। जिहड़ा तुहाडे मूँह ते तुहाडी गलती दा दसदा है वो सब तो वड्डा मित्र है। वो भावें दुश्मन भी क्यों ना होवे पर वो मित्रताई दा काम कर जांदा है। जिहड़ा मित्र भी कोई गल अपने मित्र तो लुको लैंदा है, कई बार वो गल दुश्मन दस जांदा है। चाणकिया जी कहंदे जिहड़ी तुहाडे विच गलतियां ने तो इस प्रकार हुण सिख बाणी पढ़दा पढ़दा दखणी ओंकार साहिब की बाणी पढ़दा पढ़दा दुलावां दी थां ते लां एक लां जिहड़ा है एक लां लाउंदा है। करते कीमत करता जाना के जाना गुरसूरा, कै जाना गुरसूरा दी थां ते के जाना गुरसूरा। उन्हें पाठ कीता। लागे खड़े सिंह ने दसिया भाई तू बाणी गलत पढ़ रहा, इनू सही शुद्ध पढ़। वो सियाणे सिख ने जदों ताड़ना की वो फिर कहंदे वो गलत पढ़ रहा। वो सिख जाके दशमेश पिता जियां दे कोल कलगीधर सच्चे पातशाह दे कोल जाके कहंदा महाराज एक सिख ने मैनू ताड़ना की। इतों तक भी इतिहास विच आया। तो जो गुरु कलगीधर सच्चे पातशाह महाराज के कन्नां विच आवाज़ पैंदी है, महाराज सिख नूं कहंदे जाओ सिख नूं कह
ਉਹ ਇੱਕ ਲਾਂ ਛੱਡ ਗਿਆ ਹੈ ਤੇ ਇੱਕ ਅੰਗ ਭੰਗ ਕਰ ਦਿੱਤਾ ਹੈ। ਗੁਰਬਾਣੀ ਦਾ ਜੇ ਇੱਕ ਲਾਂ ਦੁਲਾਂ ਆਪਾਂ ਘੱਟ ਵੱਧ ਕਰਦੇ ਆ, ਉਹਨੂੰ ਬੁਲਾਉਂਦੇ ਨਹੀਂ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਜਾਣ ਲਓ, ਕਿਸੇ ਦੀ ਉਂਗਲ ਫੜ ਕੇ ਉਹਨੂੰ ਕੱਟ ਦੇਣਾ ਇੰਨਾ ਦਰਦ ਹੈ। ਆਖੋ ਸਤਨਾਮ ਸ੍ਰੀ। ਗੁਰਬਾਣੀ ਤਾਂ ਭਾਵੇਂ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ, ਸ਼ੁੱਧ ਨਹੀਂ, ਪਰ ਕੋਸ਼ਿਸ਼ ਕਰਦੇ ਰਹੀਏ। ਇੱਕ ਹੁੰਦੀ ਹੈ ਭੁੱਲ, ਉਹਨੂੰ ਬਖਸ਼ੀ ਜਾ ਸਕਦੀ ਹੈ। ਹੁਣ ਸੰਥਿਆ ਵੇਲੇ ਗੁਰਬਾਣੀ ਦੀ ਸੰਥਿਆ ਕਰਦੇ ਆ ਜਾਂ ਸਹਿ ਸੁਭਾਏ ਬਾਣੀ ਪੜ੍ਹਦੇ ਆ, ਲਗ ਮਾਤਰ ਤੁਕ ਜਿਹੜੀ ਹੈ ਉਹ ਹੋ ਸਕਦਾ ਵੀ ਉਹਦੇ ਵਿੱਚ ਕੋਈ ਅਣਜਾਣਪੁਣੇ ਵਿੱਚ ਅਚਨਚੇਤ ਜਿਹੜੀ ਗਲਤੀ ਹੋ ਸਕੇ, ਪਰ ਕਈ ਗਲਤੀਆਂ ਪੱਕ ਜਾਂਦੀਆਂ ਨੇ। ਦਾਸ ਦੇ ਬੜੀਆਂ ਜਿਹੜੀਆਂ ਗਲਤੀਆਂ ਨੇ ਪੱਕੀਆਂ ਨੇ, ਤੇ ਕਈ ਗਲਤੀਆਂ ਪਿੱਛੇ ਬੜੇ ਛੱਤਰ ਵੀ ਪਏ ਆ। ਬੜੀਆਂ ਗਲਤੀਆਂ ਅੱਜ ਤੱਕ ਉਹ ਪੱਕੀਆਂ ਹੋਈਆਂ ਨੇ। ਕਿਉਂ? ਕਿਉਂਕਿ ਉੱਥੇ ਧਿਆਨ ਨਹੀਂ ਦਿੱਤਾ ਗਿਆ। ਆਖੋ ਸਤਨਾਮ ਸ਼੍ਰੀ। ਉਹ ਨਾ ਧਿਆਨ ਕਰਕੇ ਹੀ ਹੈ। ਸਾਧ ਸੰਗਤ ਗੁਰੂ ਸਾਹਿਬ ਜੀਆਂ ਨੇ ਉਸ ਵੇਲੇ ਸਿੱਖ ਨੂੰ ਕਿਹਾ, ਕਹਿੰਦਾ ਫੇਰ ਉਹਨੇ ਗੱਲ ਦਾ ਜਿਹੜਾ ਕੋਈ ਇੰਨਾ ਖਿਆਲ ਨਾ ਕੀਤਾ। ਮਹਾਰਾਜ ਕਹਿੰਦੇ ਜਾ ਜਾ ਕੇ ਉਹਦੇ ਕੰਨ ਤੇ ਚਪੇੜ ਮਾਰ। ਕਹਿੰਦੇ ਜਦੋਂ ਜਾ ਕੇ ਚਪੇੜ ਮਾਰੀ ਨਾ, ਸਿੱਖ ਭੱਜ ਕੇ ਆਇਆ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਕਹਿੰਦਾ ਮਹਾਰਾਜ ਆ ਫਲਾਣੇ ਸਿੱਖ ਨੇ ਮੈਨੂੰ ਤਾੜਨਾ ਕੀਤੀ ਤੇ ਬਾਣੀ ਪੜ੍ਹਦੇ ਨੇ ਮੇਰੇ ਥੱਪੜ ਮਾਰਿਆ। ਸਤਿਗੁਰੂ ਕਹਿੰਦੇ ਓਏ ਤੈਨੂੰ ਥੱਪੜ ਦੀ ਪੀੜਾ ਦਰਦ ਮਹਿਸੂਸ ਹੋਇਆ? ਮਹਾਰਾਜ ਕਹਿੰਦੇ ਤੂੰ ਤਾਂ ਸਾਡੀ ਉਂਗਲ ਵੱਢਤੀ। ਕਹਿੰਦੇ ਜਿਹੜੀ ਤੂੰ ਸਾਡੀ ਉਂਗਲ, ਮਹਾਰਾਜ ਏਦਾਂ ਦੀ ਅਵੱਗਿਆ, ਏਦਾਂ ਦੀ ਭੁੱਲ ਕਿਹੜਾ ਐਸਾ ਸਿੱਖ ਹੈ ਜਿਹੜਾ ਇਹ ਗੁਰੂ ਨਾਲ ਏਦਾਂ ਦੀ ਕਰ ਦੇਵੇ? ਮਹਾਰਾਜ ਕਹਿੰਦੇ ਸਿੱਖਾ ਤੂੰ ਕੀਤਾ। ਮਹਾਰਾਜ ਕਹਿੰਦੇ ਤੈਨੂੰ ਤਾੜਨਾ ਕੀਤੀ, ਜਿਹੜੀ ਲਗ ਮਾਤਰ ਤੂੰ ਇੱਕ ਜਿਹੜੀ ਦੁਲਾਵਾਂ ਦੀ ਥਾਂ ਤੇ ਲਾਂ ਵਰਤ ਰਿਆ। ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ ਦੀ ਥਾਂ ਤੇ ਕੇ ਜਾਣੈ ਗੁਰਸੂਰਾ ਪਾਠ ਕਰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਇਹ ਤੂੰ ਇੱਕ ਲਗ ਮਾਤਰ ਗਲਤ ਹੋਣ ਕਰਕੇ, ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਵਕਤ ਫਿਰ ਕਹਿੰਦੇ ਤਾੜਨਾ ਕੀਤੀ। ਫਿਰ ਸਿੱਖਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਬਹੁਤ ਵੱਡੀ ਗਲਤੀ ਹੈ, ਇਹ ਬਹੁਤ ਵੱਡੀ ਗਲਤੀ ਹੈ। ਮਹਾਰਾਜ ਕਿਰਪਾ ਕਰੋ, ਬਖਸ਼ੋ, ਰਹਿਮਤ ਕਰੋ। ਆਪ ਕਿਰਪਾ ਕਰਕੇ ਸ਼ੁੱਧ ਗੁਰਬਾਣੀ ਦੀ ਸੰਥਿਆ ਜਿਹੜੀ ਹੈ ਸਿੱਖਾਂ ਤਾਈਂ ਮਹਾਰਾਜ ਇਹ ਬਖਸ਼ਿਸ਼ ਕਰੋ। ਉਸ ਵਕਤ ਫਿਰ ਸਿੱਖਾਂ ਦੇ ਨਾਲ ਮਹਾਰਾਜ ਕਹਿੰਦੇ ਭਾਈ ਹੁਣ ਤੇ ਨਹੀਂ ਵੇਲਾ, ਹੁਣ ਤੇ ਵੇਲਾ ਹੈ ਜੰਗਾਂ ਯੁੱਧਾਂ ਦਾ। ਸਮਾਂ ਆਏਗਾ, ਵੇਲਾ ਆਏਗਾ, ਗੁਰਬਾਣੀ ਅਰਥਾਂ ਦੇ ਸਮੇਤ ਪੜ੍ਹਾਈ ਵੀ ਜਾਏਗੀ, ਲਿਖਾਈ ਵੀ ਜਾਏਗੀ। ਇਹ ਫਿਰ ਉਸ ਵੇਲੇ ਸਤਿਗੁਰੂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਨਾਲ ਕੀਤਾ ਹੋਇਆ ਵਾਅਦਾ ਪੁਗਾਉਂਦੇ ਆ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਨਗਰਾਂ ਵਿੱਚ ਦੀ ਹੁੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਉਂਦੇ ਨੇ। ਦੀਪਾ ਬੰਗੀ ਮਹਾਰਾਜ ਆਏ। ਦਮਦਮਾ ਸਾਹਿਬ ਤੋਂ 12 ਕਿਲੋਮੀਟਰ ਦੀ ਦੂਰੀ ਤੇ ਇਤਿਹਾਸਕਾਰਾਂ ਦੱਸਿਆ ਡੱਲਾ ਚੌਧਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਨਾਮ ਸੁਣ ਕੇ ਲੈਣ ਵਾਸਤੇ ਮੂਹਰੇ ਆਇਆ ਸੀ। 12 ਕਿਲੋਮੀਟਰ ਦੀ ਦੂਰੀ ਤੋਂ ਮੂਹਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਭਾਈ ਡੱਲਾ ਲੈ ਕੇ ਆਉਂਦਾ। ਉੱਥੇ ਫਿਰ ਜਿੱਥੇ ਤਖਤ ਸਾਹਿਬ ਦੇ ਲਾਗੇ ਆਪਾਂ ਦਰਸ਼ਨ ਕਰਦੇ ਹਾਂ, ਗੁਰਦੁਆਰਾ ਸਾਹਿਬ ਦਮਦਮਾ ਸਾਹਿਬ, ਇੱਥੇ ਉੱਚੀ ਜਗ੍ਹਾ ਮਹਾਰਾਜ ਨੇ ਵੇਖੀ, ਉੱਥੇ ਸਫਾਈ ਬੜੀ, ਉੱਥੇ ਮਹਾਰਾਜ ਨੇ ਪਲੰਘਾ ਢਾਇਆ। ਮਹਾਰਾਜ ਉੱਥੇ ਵਿਰਾਜਮਾਨ ਹੋ ਗਏ। ਵਿਰਾਜਮਾਨ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉੱਥੇ ਫਿਰ ਕਮਰ ਕਾਸਾ ਖੋਲਿਆ। ਕਮਰ ਕਾਸਾ ਖੋਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਹੁਣ ਜੰਗਾਂ ਯੁੱਧਾਂ ਤੋਂ ਦਮ ਹੈ। ਦਮ ਲੈਣਾ ਭਾਵ ਫਿਰ ਉੱਥੋਂ ਹੀ ਦਮਦਮਾ ਸਾਹਿਬ ਜਿਹੜਾ ਹੈ ਤਲਵੰਡੀ ਸਾਬੋ ਦਾ ਨਾਮ ਸੀ, ਤੇ ਇਹ ਨਾਮ ਫਿਰ ਦਮਦਮਾ ਸਾਹਿਬ
ਪੈਂਦਾ ਹੈ। ਮਹਾਰਾਜ ਜੀ ਉੱਚੀ ਜਗ੍ਹਾ ਤੇ ਬੈਠੇ ਬਿਰਾਜਮਾਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਫਿਰ ਜਿਹੜੇ ਕਾਰਜ ਵਾਸਤੇ ਸਤਿਗੁਰੂ ਜੀ ਸੰਸਾਰ ਵਿੱਚ ਇਸ ਦੁਨੀਆ ਵਿੱਚ ਆਏ, ਹਮ ਇਹੋ ਕਾਜ ਜਗਤ ਮਹਿ ਆਏ। ਸੰਸਾਰ ਨੂੰ ਜਿਹੜਾ ਕਾਰਜ ਸਤਿਗੁਰੂ ਪਾਤਸ਼ਾਹ ਮਹਾਰਾਜ ਸਿੱਖਾਂ ਦੇ ਨਾਲ ਕੀਤਾ ਹੋਇਆ ਵਾਅਦਾ ਪੁਗਾਉਣ ਵਾਸਤੇ, ਉਸ ਵਕਤ ਫਿਰ ਸਿੱਖਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀਆਂ ਨੇ ਸਿੱਖ ਸੰਗਤਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਮਹਾਰਾਜ ਕਿ ਜਦੋਂ ਦਮ ਲੈ ਲਵਾਂਗੇ ਜੰਗਾਂ ਯੁੱਧਾਂ ਤੋਂ, ਉਦੋਂ ਗੁਰਬਾਣੀ ਲਿਖਾਈ ਵੀ ਜਾਏਗੀ ਤੇ ਅਰਥਾਂ ਸਮੇਤ ਪੜ੍ਹਾਈ ਵੀ ਜਾਏਗੀ। ਆਪ ਕਿਰਪਾ ਕਰਕੇ ਬਖਸ਼ਿਸ਼ ਕਰੋ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਫਿਰ ਸਿੱਖਾਂ ਦੀ ਬੇਨਤੀ ਨੂੰ ਮੰਨ ਕੇ ਸਤਿਗੁਰੂ ਮਹਾਰਾਜ ਨੇ ਇਹ ਜਿਹੜਾ ਕਾਰਜ ਬਾਣੀ ਸ਼ੁੱਧ ਪੜ੍ਹਾਉਣ ਵਾਸਤੇ, ਸਿਖਾਉਣ ਵਾਸਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਫਿਰ ਕਮਰ ਕਸਾ ਖੋਲਿਆ। ਉਸ ਵਕਤ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਹਾ ਭਾਈ ਕਿ ਕਰਤਾਰਪੁਰ ਸਾਹਿਬ ਸਿੱਖਾਂ ਨੂੰ ਭੇਜੋ, ਉੱਥੇ ਸਤਿਗੁਰੂ ਜੀਆਂ ਦੇ ਸਰੂਪ ਨੇ ਉਹ ਲਿਆਓ। ਧੀਰ ਮੱਲੀਆਂ ਦੇ ਕੋਲ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਸਰੂਪ ਸਨ। ਮਹਾਰਾਜ ਜੀਆਂ ਨੇ ਕਿਹਾ ਸੀ ਉਹਨਾਂ ਦੇ ਕੋਲ ਜਦੋਂ ਸਿੱਖਾਂ ਨੂੰ ਭੇਜਿਆ ਗਿਆ ਤੇ ਧੀਰ ਮੱਲੀਆਂ ਨੇ ਅੱਗੋਂ ਹੰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਸਰੂਪ ਨਹੀਂ ਦਿੱਤੇ, ਆਦਿ ਵੀੜ ਦਾ ਸਰੂਪ ਨਹੀਂ ਦਿੱਤਾ, ਕਿਉਂਕਿ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਪ੍ਰਗਟ ਹੁੰਦੇ ਆ ਸੰਸਾਰ ਦੇ ਵਿੱਚ, ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਬੰਨੇ ਲਾਉਂਦੇ ਆ, ਉਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ 8ਵੇਂ ਪਾਤਸ਼ਾਹ ਜੀ ਵਚਨ ਕਰਕੇ ਗਏ। ਸੰਗਤਾਂ ਨੂੰ ਮਹਾਰਾਜ ਕਹਿਣ ਲੱਗੇ ਬਾਬਾ ਵਸੈ ਗ੍ਰਾਮ ਬਕਾਲੇ। ਉਦੋਂ ਜਿਹੜੇ ਸੀ ਨਾ ਧੀਰ ਮੱਲੀਏ ਤੇ ਹੋਰ ਬੜੇ ਜਿਹੜੇ ਸੀ 22 ਮੰਜੀਆਂ ਲੱਗ ਚੁੱਕੀਆਂ ਸਨ ਬਕਾਲੇ ਦੀ ਧਰਤੀ ਤੇ ਇਹ ਸਾਰੇ ਮੰਨਦੇ ਸੀ ਕਿ ਗੁਰੂ ਸਾਹਿਬ ਨੇ ਸਾਡੇ ਵੱਲ ਇਸ਼ਾਰਾ ਕੀਤਾ ਵੀ ਗੁਰਤਾ ਜਿਹੜੀ ਹੈ ਉਹ ਸਾਡੇ ਕੋਲ ਆ, ਜਿਹੜੀ ਗੁਰਤਾ ਗੱਦੀ ਹੈ ਉਹ ਸਾਡੇ ਕੋਲ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਆਦਿ ਬੀੜ ਸੀ ਉਹ ਧੀਰ ਮੱਲੀਆਂ ਦੇ ਕੋਲ ਸੀ। ਤੋ ਇਸ ਵਕਤ ਕਹਿੰਦੇ ਬੜਾ ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਪ੍ਰਗਟ ਕੀਤਾ ਮੱਖਣ ਸ਼ਾਹ ਲੁਬਾਣੇ ਨੇ। ਤੇ ਸਾਧ ਸੰਗਤ ਜੀ ਉਸ ਵੇਲੇ ਤੋਂ ਹੀ ਇਹਨਾਂ ਦੇ ਮਨ ਵਿੱਚ ਬੜਾ ਮਾਣ ਹੰਕਾਰ ਸੀ। ਪੂਜਾ ਕਰਾਉਂਦੇ ਸਨ ਲੋਕਾਂ ਤੋਂ, ਕੁਝ ਲੋਕਾਂ ਨੂੰ ਆਪਣੇ ਉਸ ਵੇਲੇ ਮਸੰਦ ਏਜੰਟ ਕਹਿ ਲਈਏ, ਲੋਕਾਂ ਦੇ ਕੋਲ ਜਾਣਾ, ਬੜੇ ਭਰਮਾਂ ਵਿੱਚ ਪਾਉਣਾ ਲੋਕਾਂ ਨੂੰ। ਅਸਲ ਜਿਹੜਾ ਗੁਰੂ ਹੈ ਉਹ ਧੀਰ ਮੱਲੀਆਂ ਦੇ ਕੋਲ ਹੈ। ਤੋ ਪਰ ਆਪਾਂ ਫਿਰ ਬਚਨ ਪੜ੍ਹਦੇ ਹਾਂ ਕਿ ਓੜਕ ਸੱਚ ਰਹੀ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਝੂਠ ਨੂੰ ਟਿਕਾਣਾ ਨਹੀਂ ਕਿਤੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਭੇਜਦੇ ਆ ਨਾ ਇਹ ਹੰਕਾਰ ਵਿੱਚ, ਉਹ ਕਹਿੰਦੇ ਆਪਣੇ ਆਪ ਨੂੰ ਤਾਂ 10ਵਾਂ ਗੁਰੂ ਅਖਵਾਉਂਦੇ ਨੇ ਗੁਰੂ ਨਾਨਕ ਦੀ ਗੱਦੀ ਦਾ। ਗੁਰੂ ਨਾਨਕ ਦੀ ਗੱਦੀ ਦਾ 10ਵਾਂ ਵਾਰਸ ਅਖਵਾਉਂਦੇ ਨੇ। ਕਹਿੰਦੇ ਜੇ ਉਹਨਾਂ ਨੂੰ ਬਾਣੀ ਨਹੀਂ ਉਚਾਰਨ ਹੁੰਦੀ ਫਿਰ ਕਹਿੰਦੇ 10ਵਾਂ ਗੁਰੂ ਕਿਵੇਂ ਹੋਇਆ, ਆਖੋ ਸਤਨਾਮ। ਕਹਿੰਦੇ ਫਿਰ 10ਵਾਂ ਗੁਰੂ ਨਹੀਂ ਆ ਤੁਹਾਡਾ। ਜਾਓ ਕਹਿੰਦੇ ਜੇ ਗੁਰੂ ਨਾਨਕ ਦੀ 10ਵੀਂ ਗੱਦੀ ਦੇ ਅਸਲ ਵਾਰਸ ਹਨ, ਆਪ ਕੰਠ ਜਿਹੜੀ ਗੁਰਬਾਣੀ ਹੈ ਉਸ ਆਪਣੇ ਮੁਖਾਰਬਿੰਦ ਵਿੱਚੋਂ ਉਚਾਰਨ ਕਰਕੇ ਲਿਖਵਾ ਲੈਣ। ਇਹ ਜਵਾਬ ਮਿਲਿਆ। ਤੋ ਉਸ ਵਕਤ ਸਾਧ ਸੰਗਤ ਜੀ ਸਿੰਘਾਂ ਨੇ ਵਾਪਸ ਆ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਸਾਰੀ ਵਾਰਤਾ ਦੱਸੀ ਤਾਂ ਸਤਿਗੁਰੂ ਪਰਉਪਕਾਰੀ ਸਮਰੱਥ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਫਿਰ ਇਸ ਪਰਉਪਕਾਰ ਦੇ ਵਾਸਤੇ ਕਿਹਾ ਕਿ ਹੁਣ ਮਨੀ ਸਿੰਘ ਜੋ ਲਿਖਣ ਬਿਠਾਇਓ, ਨਿਤ ਦੋ ਪਹਿਰ ਸੰਕੇਤ ਠਹਿਰਾਇਓ, ਸਤਿਗੁਰ ਭਏ ਉਚਾਰਤ ਜੈਸੇ, ਭਾਈ ਲਿਖੀ ਸਿੱਖ ਤੈ ਤੈਸੇ। ਉਸ ਵਕਤ ਫਿਰ ਕਹਿੰਦੇ ਸ਼ਾਹੀ ਤਿਆਰ ਕਰੋ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੁੰਦਰ ਜਗ੍ਹਾ ਇੱਕ ਬੜਾ ਸੁੰਦਰ ਤੰਬੂ ਲਾਇਆ, ਸ਼ਾਇਮਾਨ ਲਾਇਆ ਗਿਆ। ਉਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਦੀ ਲਿਖਤ ਵਾਸਤੇ ਕਾਗਜ਼ ਦਾ ਪ੍ਰਬੰਧ ਕੀਤਾ ਗਿਆ। ਵੱਖੋ ਵੱਖ ਕਾਰਜਾਂ ਵਿੱਚ ਸਿੱਖ ਲੱਗ ਗਏ। ਕੋਈ ਸਿੱਖ ਕਲਮਾਂ ਵਾਸਤੇ ਜਿਹੜਾ ਘੜਨ ਵਾਸਤੇ ਲੱਗ ਰਿਹਾ ਹੈ, ਤੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਸ਼ਾਹੀ ਕਲਮ ਕਾਗਜ਼, ਇਹ ਸਾਰੀ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਸੇਵਾ ਹੋ ਰਹੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਆਪਣੇ ਸਨਮੁਖ ਬਿਠਾਉਂਦੇ ਆ। ਸਨਮੁਖ ਬਿਠਾ ਕੇ ਫਿਰ ਤੰਬੂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਮਨੀ ਸਿੰਘ ਜੀਆਂ ਨੂੰ ਆਪਣੇ ਮੁਖਾਰਬਿੰਦ ਵਿੱਚੋਂ ਜਪਜੀ ਸਾਹਿਬ ਦੀ ਪਾਵਨ ਬਾਣੀ ਤੋਂ ਪ੍ਰਾਰੰਭ ਕੀਤੀ ਬਾਣੀ। ਸਤਿਗੁਰੂ ਮਹਾਰਾਜ ਜੀਆਂ ਨੇ ਪਹਿਲਾ ਪੈਰ ਗੁਰਬਾਣੀ ਦਾ ਉਚਾਰਨ ਕੀਤਾ। ਸਿੱਖਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਨਾਲ ਵਾਅਦਾ ਕੀਤਾ ਸੀ ਕਿ ਜਿੱਥੇ ਬਾਣੀ ਉਚਾਰਾਂਗੇ ਉੱਥੇ ਨਾਲ ਨਾਲ ਬਾਣੀ ਦੇ ਅਰਥ ਵੀ ਪੜ੍ਹਾਏ ਜਾਣੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਫਿਰ ਸਾਰੇ ਪਾਸੇ ਜਿਵੇਂ ਜਿਵੇਂ ਉਦੋਂ ਨੂੰ ਪਤਾ ਲੱਗਿਆ ਸੀ ਸੰਸਾਰ ਦੇ ਵਿੱਚ, ਲੋਕਾਂ ਵਿੱਚ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਠਹਿਰੇ ਹੋਏ ਨੇ, ਸਿੱਖ ਸੰਗਤਾਂ ਬੜੇ ਦੂਰ ਦਰਾਡਿਆਂ ਤੋਂ ਬੜੀ ਭਾਰੀ ਵੱਡੀ ਗਿਣਤੀ ਵਿੱਚ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੀਆਂ ਸਨ। ਵੱਡੀ ਗਿਣਤੀ ਵਿੱਚ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਵਿੱਚ ਸੰਗਤਾਂ ਪਹੁੰਚਦੀਆਂ। ਤਾਂ ਉਸ ਵਕਤ ਸਾਧ ਸੰਗਤ ਮਹਾਰਾਜ ਪਹਿਲੇ ਪੈਰ ਅੰਮ੍ਰਿਤ ਵੇਲੇ ਕੀਰਤਨ ਦੀ ਸਮਾਪਤੀ ਹੁੰਦੀ ਆ, ਉਪਰੰਤ ਫਿਰ ਬਾਣੀ ਉਚਾਰਦੇ ਨੇ। ਭਾਈ ਮਨੀ ਸਿੰਘ ਜੀ ਇੱਕ ਇੱਕ ਅੱਖਰ ਬੜੀ ਸ਼ੋਧ ਦੇ ਨਾਲ ਲਿਖਦੇ ਨੇ। ਪਿਛਲੇ ਪੈਰ ਦਾ ਦੀਵਾਨ ਸਜਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇੱਕ ਓੰਕਾਰ ਤੋਂ ਲੈ ਕੇ ਪਾਵਨ ਬਾਣੀ ਦੀ ਕਥਾ ਸੁਣਾਉਂਦੇ ਆ, ਗੁਰਬਾਣੀ ਦੇ ਅਰਥ ਸਮਝਾਉਂਦੇ ਆ। ਉਹਨਾਂ ਵਿੱਚੋਂ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਜਿਨ੍ਹਾਂ ਨੇ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਗੁਰਬਾਣੀ ਸੁਣੀ ਤੇ ਗੁਰਬਾਣੀ ਦੀ ਕਥਾ ਸਮਝੀ, ਪੜ੍ਹੀ, ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰਬਾਣੀ ਦੀ ਕਥਾ ਸੁਣੀ ਲਗਾਤਾਰ 9 ਮਹੀਨੇ 9 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਕਾਰਜ ਕੀਤਾ। ਉਹਨਾਂ ਵਿੱਚੋਂ ਆਉਣ ਵਾਲੀਆਂ ਸਿੱਖ ਸੰਗਤਾਂ ਵਿੱਚੋਂ 48 ਸਿੱਖ ਸਨ ਜਿਹੜੇ ਬਿਨਾਂ ਨਾਗੇ ਤੋਂ, ਉਹ 48 ਸਿੱਖਾਂ ਨੇ ਜਿਹੜੇ ਬਿਨਾਂ ਕਿਸੇ ਗੈਰ ਹਾਜ਼ਰੀ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਇਹ ਕਾਰਜਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਤੋਂ ਗੁਰਬਾਣੀ ਸੁਣਦੇ, ਗੁਰਬਾਣੀ ਦੀ ਕਥਾ ਸੁਣਦੇ। ਇਹਨਾਂ 48 ਸਿੰਘਾਂ ਨੂੰ ਫਿਰ ਬ੍ਰਹਮ ਗਿਆਨੀਆਂ ਦੀਆਂ ਪਦਵੀਆਂ ਦੇ ਨਾਲ ਨਿਵਾਜਿਆ ਕਲਗੀਧਰ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਨੇ ਉਸ ਗੁਰਬਾਣੀ ਨੂੰ ਸੁਣਿਆ ਤੇ ਗੁਰਬਾਣੀ ਦੀ ਕਥਾ ਨੂੰ ਸੁਣਿਆ। 48 ਸਿੱਖ ਸਨ ਸਿੱਖ ਸੰਗਤਾਂ ਵਿੱਚੋਂ। ਉਹ ਜਦੋਂ ਤੁਸੀਂ ਗੁਰਦੁਆਰਾ ਲਿਖਣਸਰ ਸਾਹਿਬ ਜਾਓਗੇ, ਉੱਪਰ ਉਹਨਾਂ ਸਿੱਖਾਂ ਦੇ ਨਾਮ ਲਿਖੇ ਹੋਏ ਨੇ 48 ਦੇ, ਜਿਹੜੇ ਬ੍ਰਹਮ ਗਿਆਨੀ ਤੇ ਵਿਦੇ ਮੁਕਤ ਹੋ ਗਏ ਸਨ, ਜਿਨ੍ਹਾਂ ਵਿੱਚੋਂ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀਆਂ ਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਵਾਹਨ ਤੋਂ ਫੜ ਕੇ ਬਿਠਾਇਆ। ਬਾਬਾ ਜੀ ਹਜੇ ਪੰਥ ਦੇ ਬਹੁਤ ਕਾਰਜ ਸੇਵਾ ਕਰਨੀ ਆ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਦੀਪ ਸਿੰਘ ਤੇ ਬਾਬਾ ਮਨੀ ਸਿੰਘ ਜੀਆਂ ਨੂੰ ਫਿਰ ਜਦੋਂ ਇਹ ਕਾਰਜ ਸੰਪੂਰਨ ਹੁੰਦਾ ਹੈ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦਿ ਬੀੜ ਦੇ ਵਿੱਚ 30 ਰਾਗਾਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਾਣੀ ਸੰਪੂਰਨ ਕੀਤੀ ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ
31ਵਾਂ ਰਾਗ ਜੈਜਾਵੰਤੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਬਾਣੀ ਜਿਹੜੀ ਹੈ ਉਹ ਉਚਾਰਨ ਕੀਤੀ। 1430 ਅੰਗ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਪੂਰਨਤਾ ਕਰਕੇ ਜਿਲਦ ਬੰਨੀ ਗਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਸਰੂਪਾਂ ਦੀ ਤਿਆਰੀ ਹੁੰਦੀ ਹੈ। ਉੱਚੇ ਆਸਣ ਤੇ ਜਿੱਥੇ ਤਖਤ ਸਾਹਿਬ ਅੱਜ ਆਪਾਂ ਦਰਸ਼ਨ ਕਰਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਤੰਬੂ ਦੇ ਵਿੱਚ ਆਸਣ ਲਾਉਂਦੇ ਨੇ। ਮਹਾਰਾਜ ਫਿਰ ਹੁਕਮ ਕਰਦੇ ਆ ਕਿ ਗੁਰਬਾਣੀ ਦਾ ਨਿਰੰਤਰ ਜਾਪ ਹੋਏਗਾ। ਫਿਰ ਅਖੰਡ ਪਾਠ ਸਾਹਿਬ ਦੇ ਸਰੂਪ ਦੇ ਵਿੱਚ ਮਹਾਰਾਜ ਨੇ ਉਸ ਵੇਲੇ ਸਿੱਖਾਂ ਤਾਈਂ ਹੁਕਮ ਕੀਤਾ, ਜਪਜੀ ਸਾਹਿਬ ਦਾ ਜਾਪ ਨਾਲ ਆਰੰਭ ਰੱਖਿਆ। ਅਖੰਡ ਪਾਠ ਸਾਹਿਬਾਂ ਦੀ ਪ੍ਰੰਭਤਾ ਹੋਈ। 25 ਸਿੰਘ ਸੇਵਾ ਵਿੱਚ ਲਾਏ ਗਏ। 5 ਉਹਨਾਂ ਵਿੱਚ ਗ੍ਰੰਥੀ ਸਾਹਿਬਾਨ ਜਿਨ੍ਹਾਂ ਨੇ ਧੁਰਕੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬਾਣੀ ਦਾ ਜਾਪ, ਤੇ 5 ਸਿੱਖ ਜਿਨ੍ਹਾਂ ਨੇ ਨਿਰੰਤਰ ਜਪਜੀ ਸਾਹਿਬ ਜੀਆਂ ਦੀ ਪਾਵਨ ਬਾਣੀ ਦਾ ਜਾਪ ਕਰਨਾ ਸੀ, ਉਹਨਾਂ ਦੀ ਚੋਣ ਹੋਈ। ਤੇ 5 ਸਿੱਖ ਲੰਗਰ ਦੀ ਸੇਵਾ ਦੇ ਲਈ ਉਹਨਾਂ ਦੀ ਚੋਣ ਹੁੰਦੀ ਹੈ। 5 ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਅੰਦਰ ਪਹਿਰੇਦਾਰੀ ਵਾਸਤੇ, ਜਿਨ੍ਹਾਂ ਨੂੰ ਆਪਾਂ ਧੂਫੀਏ ਵੀ ਕਹਿ ਦਿੰਦੇ ਆ, ਉੱਥੇ ਫਿਰ ਸਤਿਗੁਰੂ ਪਾਤਸ਼ਾਹ ਨੇ ਸੁਗੰਧੀਦਾਰ ਕੁਝ ਜਿਹੜੀਆਂ ਬੂਟੀਆਂ ਪਾ ਕੇ ਜਿਹੜੀ ਧੂਫ ਤਿਆਰ ਕੀਤੀ ਗਈ ਸੀ, ਉਹ ਮਹਾਰਾਜ ਨੇ ਆਪਣੇ ਹੱਥੀਂ ਤਿਆਰ ਕੀਤਾ। ਉਹ ਇੱਕ ਵਾਤਾਵਰਨ ਸ਼ੁੱਧ ਕਰਨ ਵਾਸਤੇ, ਪਾਸੇ ਦਾ ਜਿਹੜਾ ਮਾਹੌਲ ਸ਼ੁੱਧ ਕਰਨ ਵਾਸਤੇ, ਕਿਉਂਕਿ ਸਾਡੇ ਅੰਦਰੋਂ 5 ਪ੍ਰਕਾਰ ਦੇ ਪ੍ਰਾਣ ਨੇ, 5 ਪ੍ਰਕਾਰ ਦੀ ਹਵਾ ਹੈ ਜਿਹੜੀ ਸਾਹਾਂ ਰਾਹੀਂ ਵੀ। ਇਹ ਵੀ ਜਦੋਂ ਆਪਾਂ ਕਈ ਵਾਰ ਕਿਸੇ ਵੱਡੇ ਇਕੱਠ ਵਿੱਚ, ਤੁਸੀਂ ਕਿਸੇ ਹਾਲ ਵਿੱਚ ਬੈਠੇ ਹੋਗੇ ਨਾ, ਬੰਦਿਆਂ ਦੀ ਆਪਣੀ ਜਿਹੜੀ ਮੂੰਹ ਦੇ ਵਿੱਚੋਂ ਆਉਣ ਵਾਲੀ ਭਾਫ ਹੈ, ਸਵਾਸ ਨੇ ਜਿਹੜੇ, ਉਹ ਹਵਾ ਕਿਤੇ ਨਾ ਕ੍ਰੋਸ ਹੁੰਦੀ ਹੋਵੇ ਤਾਂ ਉੱਥੇ ਖੜਨਾ ਮੁਸ਼ਕਲ ਹੋ ਜਾਂਦਾ। ਇਹ ਦੇਸੀ ਘਿਓ ਦੀ ਇੱਕ ਜੋਤ ਹੈ ਜਿਹੜੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹਨੂੰ ਬਹੁਤ ਸ਼ੁੱਧ ਮੰਨਿਆ ਗਿਆ। ਇਹ ਵਾਤਾਵਰਨ ਸ਼ੁੱਧ ਕਰਨ ਵਾਸਤੇ ਆ। ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸਿੱਖ ਦੀ ਪਹਿਰੇ ਤੇ ਡਿਊਟੀ ਲਾਈ ਗਈ ਆ। 5 ਸਿੱਖ ਲੰਗਰ ਵਾਸਤੇ, ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਅਤੇ ਦੇਗ ਦੀ ਤਿਆਰੀ ਕਰਨੀ ਆ। ਲੰਗਰ ਤਿਆਰ ਕਰਕੇ ਉਹਨਾਂ ਪਾਠੀ ਸਿੰਘਾਂ ਦੀ ਸੇਵਾ ਕਰਨੀ ਹੈ ਜਿਹੜੇ ਜਾਪ ਤੇ ਸੰਗਤਾਂ ਦੇ ਲਈ ਲੰਗਰ ਤਿਆਰ ਹੁੰਦਾ ਹੈ। ਇਸ ਪ੍ਰਕਾਰ 25 ਸਿੰਘਾਂ ਦੇ ਸਮੇਤ 5 ਪਹਿਰੇਦਾਰ ਨੇ, 5 ਅੰਦਰ ਜਿਨ੍ਹਾਂ ਨੂੰ ਆਪਾਂ ਧੂਪੀਏ ਕਹਿ ਦਈਏ, 10 ਗ੍ਰੰਥੀ ਸਾਹਿਬਾਨ ਨੇ, 5 ਲਾਂਗਰੀ ਸਿੰਘ ਨੇ। ਇਹ 25 ਸਿੰਘਾਂ ਦੇ ਸਮੇਤ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਅਖੰਡ ਪਾਠ ਸਾਹਿਬ ਦੀ ਮਰਿਆਦਾ ਨੂੰ ਬੰਨਿਆ। ਉਸ ਵਕਤ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੁੰਦੀ ਹੈ। ਪ੍ਰਾਰੰਭਤਾ ਤੋਂ ਲੈ ਕੇ ਭੋਗ ਤੱਕ 48 ਘੰਟਿਆਂ ਵਿੱਚ ਜਿਹੜੀ ਗੁਰਬਾਣੀ ਹੈ ਨਾ, ਆਮ ਜਿਵੇਂ ਕਿ ਹੁਣ ਜਿਵੇਂ ਕਿਸੇ ਗ੍ਰੰਥੀ ਸਿੰਘ ਦਾ ਅਭਿਆਸ ਹੈ, ਉਸੇ ਹਿਸਾਬ ਦੇ ਨਾਲ 38 ਘੰਟਿਆਂ ਵਿੱਚ ਆਮ ਸਹਿਜ ਪਾਠ, 30 ਘੰਟਿਆਂ ਵਿੱਚ ਵੀ। ਰਾਪੁਰ ਦੀ ਧਰਤੀ ਤੇ ਐਸੇ ਅਭਿਆਸੀ ਸਿੱਖ ਬੈਠੇ ਨੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮੱਧ ਤੱਕ ਗੁਰਬਾਣੀ ਦਾ ਜਾਪ ਕਰ ਲੈਂਦੇ ਆ। ਅੱਜ ਵੀ ਐਸੇ 101 ਗ੍ਰੰਥੀ ਆ ਰਾਪੁਰ ਦੀ ਧਰਤੀ ਤੇ। ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਅਮਰ ਸਿੰਘ ਜੀ ਕਿਰਤੀ, ਉਹਨਾਂ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਉੱਥੇ। ਅੱਜ ਵੀ ਜਾਓਗੇ, ਬੱਚੇ ਵੀ ਉੱਥੇ ਇਦਾਂ ਦੀ ਬਖਸ਼ਿਸ਼ ਹੈ। ਬੜੇ ਜਿਹੜੇ ਪੁਰਾਣੇ ਉਸ ਵੇਲੇ ਦੇ ਅਭਿਆਸੀ ਨੇ, ਫੁਲਕਾ ਉਹਨਾਂ ਇੱਕ ਟਾਈਮ ਐਸੇ ਗੁਰਸਿੱਖਾਂ ਦਾ ਜੀਵਨ ਜਿਹੜਾ ਹੈ, ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਉਹਨਾਂ ਨੂੰ ਮਿਲ ਕੇ ਉਹਨਾਂ ਨੇ ਜਵਾਨੀ ਦੱਸਣ ਦੀ ਗੱਲ ਹੈ, ਇੱਕ ਸਮਾਂ ਪ੍ਰਸ਼ਾਦਾ ਛਕਦੇ ਆ। ਫਿਰ ਕਹਿੰਦੇ ਜਿਸ ਦਿਨ ਜੀ ਕਰਦਾ ਉਸ ਦਿਨ ਗੁਰਬਾਣੀ ਦਾ ਭਾਗ
ਇੱਕ ਓੰਕਾਰ ਤੋਂ ਲੈ ਕੇ ਸ਼ਾਮ ਨੂੰ ਸੰਪੂਰਨ ਭਾਗ ਜਿਹੜਾ ਪੜ੍ਹ ਕੇ ਫੇਰ ਉਹਨਾਂ ਨੇ ਉੱਠਣਾ। ਐਸੇ ਵੀ ਅਭਿਆਸੀ ਸਿੱਖ ਨੇ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਉਸ ਵੇਲੇ ਜੋ ਅਖੰਡ ਪਾਠ ਸਾਹਿਬ ਦੀ ਪਾਵਨ ਬਾਣੀ ਦੀ ਜਿਹੜੀ ਚਾਲ ਹੈ ਨਾ, ਗ੍ਰੰਥੀ ਸਿੰਘ ਇੱਕੋ ਜਿਹਾ ਜਾਪ ਕਰਦੇ ਹੋਣ, ਬੋਲ ਕੇ 48 ਘੰਟਿਆਂ ਵਿੱਚ ਗੁਰਬਾਣੀ ਦਾ ਜਾਪ ਹੋ ਸਕਦਾ ਹੈ। ਹਰੇਕ ਗ੍ਰੰਥੀ ਦੀ ਇੱਕੋ ਜਿਹੀ ਜਿਹੜੀ ਹੈ ਲੈ ਹੋਵੇ, ਇੱਕੋ ਜਿਹੀ ਉਹਨਾਂ ਦੀ ਲਿਵ ਹੋਵੇ। 60 ਅੰਗ ਗੁਰਬਾਣੀ ਦੇ 2 ਘੰਟਿਆਂ ਵਿੱਚ ਬੋਲ ਕੇ ਗ੍ਰੰਥੀ ਸਿੰਘ ਜਿਹੜਾ ਅਭਿਆਸ ਹੈ 48 ਘੰਟਿਆਂ ਵਿੱਚ ਸੰਪੂਰਨ ਅਖੰਡ ਪਾਠ ਸਾਹਿਬ ਹੁੰਦਾ। ਤੋ ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਇਹ ਮਰਜ਼ਾਦਾ ਬੰਨ੍ਹ ਦਿੱਤੀ, ਅਖੰਡ ਪਾਠ ਸਾਹਿਬ ਦੀ ਮਰਜ਼ਾਦਾ। ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਕਾਰਜ ਕਰਕੇ ਫਿਰ ਡੱਲਾ ਚੌਧਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਆਪਣੇ ਕਿਲੇ ਵਿੱਚ ਲੈ ਕੇ ਜਾਂਦਾ, ਪ੍ਰਸ਼ਾਦਾ ਪਾਣੀ ਦੀ ਸੇਵਾ ਕਰਦਾ। ਅੰਮ੍ਰਿਤ ਦੀ ਦਾਤ ਵੀ ਬੜੀਆਂ ਰਹਿਮਤਾਂ ਸਤਿਗੁਰੂ ਨੇ ਵੰਡੀਆਂ। ਫਿਰ ਸਮਾਂ ਵਿਸਾਖੀ ਦਾ ਆਉਂਦਾ। ਵਿਸਾਖੀ ਦਾ ਦਿਹਾੜਾ ਦਮਦਮਾ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ। ਅੰਮ੍ਰਿਤ ਪਾਨ ਕੀਤਾ ਜਦੋਂ, ਤੇ ਸਾਧ ਸੰਗਤ ਜੀ 1.25 ਲੱਖ ਪ੍ਰਾਣੀ ਨੇ ਦਮਦਮਾ ਸਾਹਿਬ ਦੀ, ਕਿਉਂਕਿ ਵਿਸਾਖੀ ਤਾਂ 1699 ਦੀ ਵਿਸਾਖੀ ਤਾਂ ਆਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਮਨਾਈ ਗਈ। ਦਮਦਮਾ ਸਾਹਿਬ ਦੀ ਵਿਸਾਖੀ ਦਾ ਜਿਹੜਾ ਇਤਿਹਾਸ ਹੈ, ਇਸ ਕਰਕੇ ਇੱਥੇ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ। ਜਦੋਂ ਇੱਥੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ, ਕਲਗੀਧਰ ਸੱਚੇ ਪਾਤਸ਼ਾਹ ਨੇ 1.25 ਲੱਖ ਪ੍ਰਾਣੀ ਨੇ ਇਕੱਠਾ ਅੰਮ੍ਰਿਤ ਇੱਕ ਦਿਨ ਵਿੱਚ ਪਾਨ ਕੀਤਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਕਰਕੇ ਇਹਦੀ ਮਹਾਨਤਾ ਹੈ ਦਮਦਮਾ ਸਾਹਿਬ ਦੀ ਧਰਤੀ ਤੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਵੱਡਾ ਜਿਹੜਾ ਪਰਉਪਕਾਰ ਸੰਗਤਾਂ ਦੇ ਉੱਤੇ ਕੀਤਾ। ਪੂਰਨ ਤੂਰਨ ਕਈ ਮਾਸ ਹੈ, ਆਦ ਗ੍ਰੰਥ ਕੀਜੈ ਤਿਆਰ, ਬੀੜ ਆਦ ਗ੍ਰੰਥ ਕੀ ਨਹੀਂ ਕਰੀ ਜੋ ਤਿਆਰ, ਜਾਹੀਂ ਤੇ ਕਹਿਲਾਤ ਵੋ ਬੀੜ ਦਮਦਮੀ ਵਾਲ। ਇਸੇ ਕਰਕੇ ਦਮਦਮੀ ਬੀੜ ਕਿਹਾ ਜਾਂਦਾ ਹੈ। ਤੇ ਗੁਰਬਾਣੀ ਦੀ ਜਦੋਂ ਛਾਪਾ ਹੋ ਜਾਂਦਾ ਹੈ, ਜੋ ਦਮਦਮੀ ਬੀੜ ਹੈ, ਫਿਰ ਬਾਬਾ ਦੀਪ ਸਿੰਘ ਜੀਆਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ। 4 ਸਵਰੂਪ ਜਿਹੜੇ ਨੇ ਬਾਬਾ ਦੀਪ ਸਿੰਘ ਜੀਆਂ ਨੇ ਲਿਖੇ, ਜਿਹੜੇ ਤਖਤਾਂ ਤੇ ਸੁਭਾਏਮਾਨ ਨੇ। ਪੋਥੀਆਂ ਲਿਖੀਆਂ, ਸੁੰਦਰ ਗੁਟਕਾ ਸਾਹਿਬ ਬਾਬਾ ਦੀਪ ਸਿੰਘ ਦੇ ਹੱਥ ਲਿਖਤ ਪਏ ਆ। ਪੋਥੀਆਂ ਵੀ ਲਿਖੀਆਂ। ਇਹ ਕਾਰਜ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭੋਰਾ ਸਾਹਿਬ ਦੇ ਦਰਸ਼ਨ ਕਰਦੇ ਆ। ਇੱਕ ਮੁੱਠ ਛੋਲਿਆਂ ਦੀ ਤੇ ਪਾਣੀ ਦੇ ਗੁਜ਼ਾਰੇ ਤੇ ਸਾਰਾ ਦਿਨ ਇਸੇ ਕਾਰਜ ਵਿੱਚ ਤੇ ਭਗਤੀ ਵਿੱਚ ਲੱਗੇ ਰਹਿੰਦੇ ਸਨ। ਉਹ ਪਹਿਲਾਂ ਦੇ ਸਮਿਆਂ ਵਿੱਚ ਉਹ ਜਿਹੜੇ ਮੱਟ ਗੱਡੇ ਹੋਏ ਸਨ, ਉੱਥੇ ਇੱਕ ਵਿੱਚ ਛੋਲੇ ਪਾਏ ਹੁੰਦੇ ਸਨ ਤੇ ਇੱਕ ਵਿੱਚ ਪਾਣੀ ਭਰਿਆ ਸੀ। ਬਸ ਇਹੀ ਕਾਰਜ ਵਿੱਚ ਲੱਗੇ ਰਹਿੰਦੇ ਸੀ ਬਾਬਾ ਜੀ। ਪੁਰਾਣਾ ਜਿਹੜਾ ਭੋਰਾ ਸਾਹਿਬ ਜੀ ਜਿਨ੍ਹਾਂ ਨੇ ਦਰਸ਼ਨ ਕੀਤੇ ਆ, ਬੜੀ ਛੋਟੀ ਉਮਰ ਦੇ ਵਿੱਚ ਪਹਿਲੀ ਵਾਰ ਦਰਸ਼ਨ ਕੀਤੇ ਸੀ, ਉਦੋਂ ਪਤਾ ਲੱਗਿਆ। ਉਦੋਂ ਬੜਾ ਆਨੰਦ ਸੀ ਉਸ ਧਰਤੀ ਦੇ ਉੱਤੇ। ਸਾਧ ਸੰਗਤ, ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ, ਚੀਜ਼ਾਂ ਬਦਲਦੀਆਂ ਜਾਂਦੀਆਂ ਨੇ, ਪੁਰਾਤਨ ਚੀਜ਼ਾਂ ਉਹ ਵੇਖਣ ਨੂੰ ਨਹੀਂ ਮਿਲਦੀਆਂ ਅੱਜ ਬੱਚਿਆਂ ਨੂੰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵਕਤ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਜਿਹੜਾ ਅੱਜ ਦਿਹਾੜਾ ਪਾਵਨ ਪੁਰਬ ਮਨਾਇਆ ਗਿਆ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਸਰੂਪ। ਫਿਰ ਕਲਗੀਧਰ ਸੱਚੇ ਪਾਤਸ਼ਾਹ ਇਤੋਂ ਜਦੋਂ ਹਜੂਰ ਸਾਹਿਬ, ਇੱਕ ਬੀੜ ਹਜੂਰ ਸਾਹਿਬ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ, ਉੱਥੇ ਫਿਰ ਸੱਚਖੰਡ ਜਾਣ ਦੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਂਦੇ ਆ। ਉਦੋਂ ਗੁਰਤਾ ਗੱਦੀ ਦਿੰਦੇ ਆ। ਜਦੋਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੇ ਕੇ ਫਿਰ ਪਾਤਸ਼ਾਹ ਮਹਾਰਾਜ ਜੀਆਂ ਨੇ ਹੁਕਮ ਦਿੱਤਾ, ਸਾਰੇ ਖਾਲਸੇ ਨੂੰ, ਪੰਥ ਨੂੰ ਹੁਕਮ ਦਿੱਤਾ। ਮਹਾਰਾਜ ਦਾ ਇਹ ਹੁਕਮ ਹੈ, ਸਤਿਗੁਰੂ ਪਾਤਸ਼ਾਹ ਦਾ ਪਾਵਨ ਹੁਕਮ ਸੀ। ਫਿਰ ਹਜੂਰ ਸਾਹਿਬ ਦੀ ਧਰਤੀ ਤੇ ਸਿੱਖੋ, ਅੱਜ ਤੋਂ ਬਾਅਦ ਤੁਹਾਡੇ ਲਈ ਹੁਕਮ ਹੈ, ਮੇਰੇ ਜੀ ਨੇ ਦੀਦਾਰ ਕਰਨੇ ਆ, ਉਹ ਖਾਲਸੇ ਵਿੱਚ ਹੋਣਗੇ। ਮੇਰਾ
ਸਰੀਰ ਗੁਰੂ ਪੰਥ ਵਿੱਚ ਹੈ, ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੇਰੀ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇਹ ਮਹਾਰਾਜ ਨੇ ਬਚਨ ਕਹਿ ਕੇ ਫਿਰ ਸਾਰੀ ਸਿੱਖ ਕੌਮ ਨੂੰ ਸੰਬੋਧਨ ਹੋਇਆ। ਇਹ ਹੁਕਮ ਲਿਖਿਆ ਮਹਾਰਾਜ ਜੀਆਂ ਨੇ, 52 ਹੁਕਮ ਨੇ ਕਲਗੀਧਰ ਸੱਚੇ ਪਾਤਸ਼ਾਹ ਦੇ ਨੰਦੇੜ ਸਾਹਿਬ ਦੀ ਧਰਤੀ ਤੇ। ਹੋਰ ਵੀ ਬੜੀਆਂ ਬਖਸ਼ਿਸ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੀਆਂ। ਉਸ ਵਕਤ ਕਿਹਾ ਸੀ ਫਿਰ ਸਾਰੀ ਸਿੱਖ ਕੌਮ ਨੂੰ, ਸਾਰੇ ਪੰਥ ਨੂੰ, ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਅਕਾਲ। ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਅਕਾਲ ਕੀ। 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 ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਅਕਾਲ। ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਅਕਾਲ। ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਅਕਾਲ ਕੀ। 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 ਬਾਣੀ ਹੈ ਜੀ ਸਰੂਪ ਰੱਬ ਦਾ, ਬਾਣੀ ਹੈ ਜੀ ਸਰੂਪ ਰੱਬ ਦਾ। 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 ਆਓ ਸਾਧ ਸੰਗਤ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ, ਮੇਰਾ ਜਿਹੜਾ ਰੂਪ ਹੈ ਉਹ ਗੁਰੂ ਖਾਲਸੇ ਪੰਥ ਵਿੱਚ ਹੈ, ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਹੈ। ਸੱਚ ਜਾਣਿਓ, ਰੱਬ ਦਾ ਸਰੂਪ ਜਿੰਨਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਰੱਖਿਆ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਤੇ ਭਰੋਸਾ ਰੱਖਿਆ, ਉਹਨਾਂ ਨੇ ਸੱਚ ਰੱਬ ਮੰਨਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਉਹ ਦੁਨੀਆ ਦੇ ਲੋਕੋ ਜਿਹੜੇ ਬੰਦੇ ਇਦਾਂ ਦੇ ਗੱਲ ਮੰਨਣ ਵਾਸਤੇ ਨਹੀਂ ਸੀ ਤਿਆਰ, ਸਾਧ ਸੰਗਤ ਓਏ ਉਹਨਾਂ ਦੇ ਭਰੋਸਾ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਬੱਝੇ। ਇਹ ਸਾਧ ਸੰਗਤ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਰੱਬ ਦਿਸਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ। ਤੇ ਸਾਧ ਸੰਗਤ ਜੀ, ਬਾਬਾ ਆਤਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਬੜੇ ਸ਼ੰਕੇ ਨਿਵਰਤ ਕੀਤੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਮਹਾਂਪੁਰਖਾਂ ਦਮਦਮੀ ਟਕਸਾਲ ਤੇ ਮਹਾਂਪੁਰਖਾਂ ਨੇ ਵੀ ਸਾਹ ਲੈਂਦੇ ਵਿਖਾਇਆ। ਤੇ ਇਹ ਘਟਨਾ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਆਉਂਦੀ ਆ। ਤੇ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਾਡਾ ਭਰੋਸਾ ਵੱਜੇ। ਕਲਗੀਧਰ ਸੱਚੇ ਪਾਤਸ਼ਾਹ ਜੀ ਅੱਜ ਵੀ ਗੁਰੂ ਨਾਨਕ 10 ਗੁਰੂ ਸਾਹਿਬਾਨਾਂ ਦੀ ਜੋਤ ਆਤਮਿਕ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਵੀ ਜਿਹੜਾ ਸਿੱਖ ਭਰੋਸਾ ਰੱਖਦਾ ਨਾ, ਸਾਧ ਸੰਗਤ ਜੀ, ਪਹਿਲੇ ਦਿਨ ਆਪਾਂ ਇੱਕ ਜ਼ਿਕਰ ਕੀਤਾ ਸੀ ਵਾਸੂ ਭਾਰਤਵਾਜ। ਵਾਸੂ ਭਾਰਤਵਾਜ ਸੀ, ਇਹ ਵਾਸੂ ਇਹਦਾ ਨਾਮ ਸੀ, ਸੂਰਤ ਦੇ ਰਹਿਣ ਵਾਲਾ ਸੀ। ਇਹਦਾ ਜਿਹੜਾ ਇਲਾਕਾ ਸੀ ਸੂਰਤ ਇਲਾਕਾ ਸੀ। ਤੇ ਇਹ ਇੱਕ ਸਾਇੰਟਿਸਟ ਸੀ ਤੇ ਜਿਹੜੇ ਕਾਮਰੇਡ ਵਿਰਤੀ ਦੇ ਉਹਨਾਂ ਦੀ ਇੱਕ ਕਮੇਟੀ ਦਾ ਮੈਂਬਰ ਵੀ ਸੀ, ਤਰਕਸ਼ੀਲ ਕਮੇਟੀ ਦਾ ਮੈਂਬਰ ਵੀ ਸੀ, ਉੱਚ ਚੋਟੀ ਦਾ ਪ੍ਰਚਾਰਕ ਸੀ। ਤੇ ਇਹ ਅਮਰੀਕਾ ਵਿੱਚ ਨਾਸਾ ਵਿੱਚ ਰਹਿੰਦਾ ਸੀ, ਜਿੱਥੇ ਵੱਡੀਆਂ ਵੱਡੀਆਂ ਖੋਜਾਂ ਨਾਸਾ ਨੇ ਕੀਤੀਆਂ, ਚੰਦਰਮਾ ਤੱਕ ਦੀ ਜਿਹੜੀ ਪਹੁੰਚ ਕੀਤੀ। ਕਹਿੰਦੇ ਨਾ ਜੀ, ਇਹ ਵਾਸੂ ਭਾਰਤਵਾਜ ਨੂੰ
ਹੱਡੀਆਂ ਦਾ ਕੈਂਸਰ ਹੋ ਗਿਆ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਜਿਨ੍ਹਾਂ ਨੂੰ ਰੱਬ ਦਿਸਿਆ, ਜਿਹੜੇ ਬੰਦੇ ਕਦੇ ਮੰਨਦੇ ਨਹੀਂ ਸਨ ਬਈ ਕੋਈ ਰੱਬ ਹੈ ਆ ਧਰਤੀ ਤੇ, ਉਹਨੇ ਆਪਣੀ ਜਵਾਨੀ ਦੱਸਿਆ ਫਿਰ ਲੋਕਾਂ ਨੂੰ। ਇਹਨੂੰ ਹੱਡੀਆਂ ਦਾ ਕੈਂਸਰ ਹੋਇਆ, ਅਮਰੀਕਾ ਵਿੱਚ ਰਹਿੰਦਾ ਸੀ ਤੇ ਇਹਦੇ ਘਰ ਵਾਲੀ ਵੀ ਡਾਕਟਰ ਸੀ, ਉਹ ਵੀ ਡਾਕਟਰ ਹੈ। ਹੱਡੀਆਂ ਦਾ ਕੈਂਸਰ ਕਹਿੰਦੇ ਵੱਧਦਾ ਗਿਆ, ਇਲਾਜ ਨਹੀਂ ਹੋਇਆ, ਵੱਡੀਆਂ ਵੱਡੀਆਂ ਖੋਜਾਂ ਵੀ ਕੀਤੀਆਂ। ਕਹਿੰਦੇ ਇਹ ਸੂਰਤ ਗੁਜਰਾਤ ਵਿੱਚ ਪੈਂਦਾ, ਗੁਜਰਾਤ ਦੇ ਵਿੱਚ ਇਹ ਕਹਿੰਦਾ ਪਿੰਡ ਚੱਲੀਏ ਭਾਰਤ। ਇਹ ਜਦੋਂ ਭਾਰਤ ਸੂਰਤ ਆਪਣੇ ਪਿੰਡ ਵਿੱਚ ਆਉਂਦਾ ਨਾ, ਆਪਣੇ ਪਰਿਵਾਰ ਦੇ ਸਮੇਤ, ਇੱਥੇ ਆ ਕੇ ਬੜਾ ਇਲਾਜ ਕਰਾਇਆ, ਪਰ ਕਿਤੋਂ ਵੀ ਕੋਈ ਇਲਾਜ ਨਹੀਂ ਹੋਇਆ। ਦਿਨੋਂ ਦਿਨ ਬਿਮਾਰੀ ਜਿਹੜੀ ਹੈ ਉਹ ਇੰਨੀ ਵੱਧ ਗਈ ਹੈ, ਅਮਰੀਕਾ ਵਿੱਚ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਬਹੁਤੀ ਹਲਚਲ, ਬਹੁਤਾ ਤੋਰਾ ਫੇਰਾ ਨਹੀਂ ਹੁਣ ਤੁਸੀਂ ਕਰ ਸਕਦੇ। ਹੱਡੀਆਂ ਤੁਹਾਡੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਨੇ, ਤੁਹਾਡੀਆਂ ਹੱਡੀਆਂ ਟੁੱਟ ਸਕਦੀਆਂ ਨੇ। ਇੱਥੋਂ ਤੱਕ ਕਹਿੰਦੇ ਵੀ ਜਦੋਂ ਇਹ ਸੂਰਤ ਵਿੱਚ ਆਇਆ ਨਾ ਆਪਣੇ ਪਿੰਡ, ਇਹਦੀ ਬੁਰੀ ਹਾਲਤ ਹੈ। ਤੇ ਇਹਦੇ ਗਵਾਂਢ ਵਿੱਚ ਰਹਿੰਦਾ ਸੀ ਭਾਈ ਕੇਰ ਸਿੰਘ, ਇਹਦੇ ਬਚਪਨ ਦਾ ਦੋਸਤ ਸੀ। ਤੇ ਉਹ ਕਹਿੰਦੇ ਉਹ ਇੱਕ ਦਿਨ ਘਰ ਵਿੱਚ ਆਉਂਦਾ ਹੈ। ਉਹ ਜਦੋਂ ਨੇ ਆਪਣੇ ਭਾਵੇਂ ਕੋਈ ਜਿਹੜਾ ਨਾਲ ਪੜਿਆ ਹੋਵੇ ਨਾ, ਕਲਾਸ ਫੈਲੋ ਹੋਵੇ ਬੰਦਾ, ਇੱਕ ਜੇਲ੍ਹ ਦੀ ਯਾਰੀ ਤੇ ਇੱਕ ਕਲਾਸ ਫੈਲੋ ਦੀ ਯਾਰੀ ਹਮੇਸ਼ਾ ਬੰਦੇ ਦੇ ਯਾਦ ਰਹਿੰਦੀ ਆ। ਉਹ ਗਿਆ, ਜਾ ਕੇ ਉਹਨੇ ਕਿਹਾ ਯਾਰ ਤੇਰੀ ਹਾਲਤ ਬਹੁਤ ਕਮਜ਼ੋਰ ਹੋ ਗਈ ਹੈ, ਨਾਜ਼ੁਕ ਹੋ ਗਈ ਹੈ। ਡਾਕਟਰਾਂ ਨੇ ਕਿਹਾ ਹੈ ਕਿ ਹੁਣ ਇਹਨੂੰ ਮੰਜੇ ਦੇ ਉੱਤੇ ਪਿਆ ਹੀ ਰੱਖਣਾ ਹੈ, ਤੇ ਇਹਨੂੰ ਬੰਦੇ ਚੱਕ ਕੇ ਲੈ ਕੇ ਜਾਂਦੇ ਆ, ਸਰੀਰ ਦੀ ਕਿਰਿਆ ਸੁੱਧ ਨਹੀਂ ਆ, ਇਹਨੂੰ ਬੜਾ ਮੁਸ਼ਕਲ ਹੈ। ਆਪਣੇ ਆਪ ਕਹਿੰਦੇ ਜੇ ਤੂੰ ਤਨ ਦਾ ਥੋੜਾ ਬਹੁਤਾ ਵੀ ਬਲ ਲਾਇਆ, ਤੇਰੇ ਸਰੀਰ ਦੀਆਂ ਹੱਡੀਆਂ ਭੁਰ ਸਕਦੀਆਂ ਨੇ। ਇਸ ਸਟੇਜ ਤੇ ਆ ਇਹਨੂੰ ਹੱਡੀਆਂ ਦਾ ਕੈਂਸਰ। ਤੇ ਕਹਿੰਦੇ ਨਾ ਜੀ, ਭਾਈ ਕੇਰ ਸਿੰਘ ਜਾ ਕੇ ਇਹਨੂੰ ਕਹਿੰਦਾ ਕਿ ਯਾਰ ਤੂੰ ਜੇ ਮੇਰੀ ਗੱਲ ਮੰਨੇ, ਤੂੰ ਮੇਰਾ ਬਚਪਨ ਦਾ ਜਿਗਰੀ ਯਾਰ ਵੀ ਰਿਹਾ, ਜੇ ਤੂੰ ਮੇਰੀ ਇੱਕ ਵਾਰੀ ਗੱਲ ਮੰਨੇ, ਮੇਰੇ ਆਖੇ ਲੱਗ ਕੇ ਜੇ ਤੂੰ ਇੱਕ ਵਾਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲੇ, ਇੱਕ ਵਾਰੀ ਗੁਰੂ ਰਾਮਦਾਸ ਦੇ ਘਰ ਚੱਲ ਕੇ ਵੇਖ ਮੇਰੇ ਨਾਲ। ਉਹ ਕਹਿੰਦਾ ਕੇਰ ਸਿੰਘ ਨੂੰ, ਵਾਸੂ ਭਾਰਤਵਾਜ, ਕਹਿੰਦਾ ਕੇਰ ਸਿੰਘ ਤੂੰ ਜਾਣਦਾ ਹੈ, ਹਾਂ ਆਪਣੀ ਲਿਹਾਜ਼ ਬਚਪਨ ਦੀ ਜ਼ਰੂਰ ਹੈ, ਪਰ ਤੂੰ ਇਹ ਵੀ ਜਾਣਦਾ ਮੈਂ ਇੱਕ ਸਾਇੰਸਟਿਕ ਹਾਂ, ਤੇ ਨਾਲ ਨਾਲ ਮੈਂ ਤਰਕਸ਼ੀਲ ਕਮੇਟੀ ਦਾ ਮੈਂਬਰ ਵੀ ਹਾਂ, ਉਹਨਾਂ ਦਾ ਮੋਢੀ ਵੀ ਹਾਂ, ਪ੍ਰਚਾਰਕ ਵੀ ਹਾਂ। ਮੈਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਰੱਖਦਾ, ਮੈਂ ਕਿਸੇ ਮੰਦਿਰ ਗੁਰਦੁਆਰੇ ਨਹੀਂ ਜਾਂਦਾ, ਮੈਂ ਕਿਸੇ ਧਰਮ ਦਾ ਆਸਰਾ ਨਹੀਂ ਲੈਂਦਾ, ਮੈਂ ਡਾਕਟਰ ਦੀ ਸਲਾਹ ਲੈਣਾ, ਇਹ ਤੈਨੂੰ ਪਤਾ ਹੈ। ਤੇ ਨਾ ਹੀ ਮੈਂ ਕਦੇ ਇੱਧਰ ਇਸ ਰਸਤੇ ਤੇ ਜਾਵਾਂ, ਕਿਉਂਕਿ ਮੈਂ ਐਸੀ ਮੰਨਦਾ ਹੀ ਨਹੀਂ ਕਹਿੰਦਾ ਵੀ ਕੋਈ ਰੱਬ ਹੈ ਆ। ਕਹਿੰਦੇ ਨਾ ਜੀ, ਉਹਨੇ ਜਦੋਂ ਅਖੀਰ ਵਿੱਚ ਕਹਿੰਦੇ ਫਿਰ ਹੁਣ ਜੋ ਦਿਨੋਂ ਦਿਨ ਜਿਹੜੀ ਤਕਲੀਫ ਉਹਨੂੰ ਵੱਧਦੀ ਗਈ, ਪਰਿਵਾਰ ਬੜਾ ਦੁਖੀ ਹੈ। ਉਹ ਘਰਵਾਲੀ ਨੇ ਭਾਈ ਕੇਰ ਸਿੰਘ ਜੀ ਨੂੰ ਕਿਹਾ ਜੀ ਜਿਵੇਂ ਹੁੰਦਾ ਹੈ, ਤੇ ਕਈ ਵਾਰ ਨਾ ਆਪਾਂ ਜਿਹੜੇ ਗੁਰਸਿੱਖ ਪਰਉਪਕਾਰੀ ਹੁੰਦੇ ਨੇ, ਕਈ ਵਾਰ ਜਿਹੜਾ ਪਰਉਪਕਾਰ ਦਾ ਸੁਭਾਅ ਹੁੰਦਾ ਕਿ ਆਪਾਂ ਕਹਿੰਦੇ ਜੇ ਨਹੀਂ ਜਾਂਦਾ ਤੇ ਨਾ ਜਾ, ਅਸੀਂ ਕੀ ਲੈਣਾ ਤੇ ਤੂੰ ਨਹੀਂ, ਜੇ ਤੂੰ ਜਾ ਜਿਹੜੇ ਪਾਸੇ ਜਾਣਾ। ਪਰ ਜਿਹੜੇ ਪਰਉਪਕਾਰ ਦੇ ਲਈ ਉਹਨਾਂ ਨੂੰ ਪਤਾ ਹੈ ਇਹ ਬੰਦਾ ਗਲਤ ਹੈ, ਇਹ ਨਹੀਂ ਮੰਨ ਰਿਹਾ, ਪਰ ਕਹਿੰਦੇ ਉਹਨਾਂ ਜਾ ਕੇ ਜਦੋਂ ਐਨ ਅਖੀਰਲੀ ਸਟੇਜ ਤੇ ਆ ਗਿਆ ਨਾ, ਜਦੋਂ
ਹੁਣ ਕਹਿੰਦੇ ਦਰਦ ਝੱਲਿਆ ਨਹੀਂ ਜਾਂਦਾ ਉਹ ਤੋਂ। ਉਹ ਕਹਿੰਦਾ ਤੂੰ ਇੱਕ ਵਾਰੀ ਮੇਰੇ ਆਖੇ ਲੱਗ। ਫਿਰ ਭਾਈ ਕੇਹਰ ਸਿੰਘ ਪਰਿਵਾਰ ਕਹਿੰਦਾ ਹੈ, ਕਹਿੰਦਾ ਚਲੋ ਮੈਂ ਤੁਹਾਡੇ ਕਹਿਣ ਤੇ ਜਾਨਾ, ਮੇਰਾ ਮਨ ਨਹੀਂ ਮੰਨਦਾ। ਤੁਸੀਂ ਕਹਿੰਦੇ ਹੋ, ਮੈਂ ਇੱਕ ਵਾਰੀ ਜਾ ਕੇ ਵੇਖ ਲੈਣਾ। ਕਹਿੰਦੇ ਨਾ ਜੀ। ਫਿਰ ਉਹ ਭਾਈ ਕੇਹਰ ਸਿੰਘ ਨੇ ਦਰਬਾਰ ਸਾਹਿਬ ਉਹਨਾਂ ਦਾ ਕੋਈ ਜਾਣ ਪਛਾਣ ਵਾਲੇ ਨੂੰ ਲੱਭਿਆ, ਉਹਨਾਂ ਨੂੰ ਕਿਹਾ ਜਿਵੇਂ ਮਰਜ਼ੀ ਹੋਵੇ ਸਾਨੂੰ ਪ੍ਰਕਰਮਾਂ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਸਮਾਂ ਦਿੱਤਾ ਜਾਏ। ਬੜੀ ਮੁਸ਼ਕਲ ਦੇ ਨਾਲ ਪ੍ਰਕਰਮਾਂ ਵਿੱਚ ਸਮਾਂ ਮਿਲਿਆ, ਨਹੀਂ ਤੇ ਆਮ ਤੇ ਅਖੰਡ ਪਾਠ ਸਾਹਿਬ ਦੀ ਵਾਰੀ ਉੱਥੇ ਸਮਾਂ ਨਹੀਂ ਮਿਲਦਾ। ਉੱਪਰ ਅਖੰਡ ਪਾਠ ਸਾਹਿਬ ਚੱਲਦੇ ਆ, ਉੱਥੇ ਸਮਾਂ ਲੈਣਾ ਹੋਵੇ ਤਕਰੀਬਨ 10 ਸਾਲਾਂ 12 ਸਾਲ 15 ਸਾਲ ਲੱਗ ਜਾਂਦੇ ਆ। ਪ੍ਰਕਰਮਾਂ ਵਿੱਚ ਜਿਵੇਂ ਵੀ ਉਹਨੇ ਫਰਮਾਇਸ਼ ਪਾਈ ਗਈ, ਉਹ ਵੇਲਾ ਜਿਹੜਾ ਸਮਾਂ ਅਖੰਡ ਪਾਠ ਸਾਹਿਬ ਦਾ ਤਰੀਕ ਮਿਲ ਗਈ ਕਿ ਅਸੀਂ ਆਈਏ ਤੇ ਅਖੰਡ ਪਾਠ ਸਾਹਿਬ ਪ੍ਰਾਰੰਭ ਦੇ ਵੇਲੇ ਇਹ ਤੁਰ ਪਏ। ਐਂਬੂਲੈਂਸ ਦੇ ਵਿੱਚ 4 ਬੰਦਿਆਂ ਨੂੰ ਨਾਲ ਉਹਦੇ ਰਹਿੰਦੇ ਸਨ ਹਮੇਸ਼ਾ, ਜਿਹੜੇ ਉਹਨੂੰ ਚੱਕ ਕੇ ਲੈ ਕੇ ਆਉਂਦੇ ਸਨ। ਉਹ ਜਦੋਂ ਦਰਬਾਰ ਸਾਹਿਬ ਆਉਂਦੇ ਆ, ਕਹਿੰਦੇ ਉਹਨੂੰ 4 ਬੰਦਿਆਂ ਨੇ ਚੱਕ ਕੇ ਲਿਆ ਕੇ ਸਵੇਰੇ ਦੁੱਖ ਭੰਜਨੀ ਵੇਰੀ ਸਾਹਿਬ ਦੇ ਕੋਲ ਇਸ਼ਨਾਨ ਕਰਾਇਆ। ਜਦੋਂ ਇਹਨੇ ਇਸ਼ਨਾਨ ਕੀਤਾ ਨਾ, ਇਹ ਕਹਿੰਦਾ ਮੈਨੂੰ ਇਦਾਂ ਲੱਗਦਾ ਜਿਵੇਂ ਮੇਰੇ ਸਰੀਰ ਵਿੱਚ ਕੁਝ ਹੋ ਗਿਆ ਹੋਵੇ, ਮੇਰੇ ਸਰੀਰ ਵਿੱਚ ਕੋਈ ਹਲਚਲ ਹੁੰਦੀ ਆ। ਤੇ ਇਹਨਾਂ ਜਾਣ ਗਏ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਰਹਿਮਤ ਜ਼ਰੂਰ ਕਰਨਗੇ। ਇਸ਼ਨਾਨ ਕਰਾ ਕੇ ਜਿੱਥੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਾ ਸੀ, ਉਹ ਕਮਰੇ ਵਿੱਚ ਪ੍ਰਕਰਮਾਂ ਵਿੱਚ ਜਿੰਨੇ ਕਮਰੇ ਨੇ ਉੱਥੇ ਅਖੰਡ ਪਾਠ ਸਾਹਿਬ ਚੱਲਦੇ ਆਪਾਂ ਵੇਖਿਆ। ਉਹ ਕਮਰੇ ਵਿੱਚ ਲੈ ਕੇ ਗਏ, 4 ਬੰਦਿਆਂ ਨੇ ਉਹਨੂੰ ਲਿਜਾ ਕੇ ਲਿਟਾ ਦਿੱਤਾ, ਬਿਸਤਰਾ ਵਿਛਾ ਦਿੱਤਾ, ਉੱਥੇ ਪਾ ਦਿੱਤਾ ਉਹਨੂੰ ਲੰਮਿਆਂ। ਅਰਦਾਸ ਵਿੱਚ ਨਹੀਂ ਖੜਾ, ਇਦਾਂ ਅਰਦਾਸ ਹੋਈ, ਅਖੰਡ ਪਾਠ ਸਾਹਿਬ ਦੀ ਪ੍ਰੰਭਤਾ ਹੋ ਗਈ। ਅਖੰਡ ਪਾਠ ਸਾਹਿਬ ਪ੍ਰੰਭ ਹੋ ਗਏ। ਸ਼ਾਮ ਦਾ ਵੇਲਾ ਜਦੋਂ ਹੋਇਆ, ਜਦੋਂ ਸੁਖਮਨੀ ਸਾਹਿਬ ਜੀਆਂ ਦੇ ਜਾਪ ਦੀ ਪ੍ਰਾਰੰਭਤਾ ਹੋਣ ਲੱਗੀ, ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋ ਗਏ। ਕਹਿੰਦੇ ਨਾ ਇਹਦੇ ਕੰਨਾਂ ਵਿੱਚ ਇੱਕ ਕੰਨ ਤੋਂ ਸੁਣਦਾ ਨਹੀਂ ਸੀ, ਨਿਗਾਹ ਨਹੀਂ ਸੀ ਕੰਮ ਕਰਦੀ, 7 ਨੰਬਰ ਐਨਕ ਲੱਗੀ ਸੀ। ਇਹ ਉਹਦੇ ਜਵਾਨੀ ਦੱਸਣ ਦੀ ਗੱਲ ਹੈ। 7 ਨੰਬਰ ਐਨਕ ਲੱਗੀ ਹੈ, ਦਿਸਦਾ ਨਹੀਂ ਹੈ ਬਹੁਤਾ, ਇੱਕ ਕੰਨ ਤੋਂ ਸੁਣਦਾ ਨਹੀਂ ਹੈ। ਤੇ ਕਹਿੰਦੇ ਹੁਣ ਉਹਨਾਂ ਲਟਾ ਦਿੱਤਾ, ਤੇ ਜਦੋਂ ਕੰਨਾਂ ਵਿੱਚ ਬਾਣੀ ਪੈਂਦੀ ਰਹੀ, ਕਹਿੰਦੇ ਇਹਨੇ ਆਪਣੇ ਘਰ ਵਾਲੀ ਨੂੰ ਕਿਹਾ ਕਿ ਮੈਨੂੰ ਬਿਠਾ ਦਿਓ। ਹੁਣ ਜਦੋਂ ਸਾਰੇ ਉਹ ਕਹਿੰਦੇ ਵੀ ਬਿਠਾਉਣਾ ਕਿੱਥੇ, ਡਾਕਟਰ ਕਹਿੰਦੇ ਵੀ ਹਿੱਲਣਾ ਵੀ ਨਹੀਂ ਤੁਸੀਂ ਤਾਂ, ਕਹਿੰਦਾ ਨਹੀਂ ਮੈਨੂੰ ਬਿਠਾਓ। ਚਲੋ ਉਹ ਸੇਵਾਦਾਰ ਨਾਲ ਲੱਗ ਕੇ ਤੇ ਉਹਦੇ ਘਰ ਵਾਲੀ ਨਾਲ ਉਹਨੂੰ ਹੱਥ ਪਾ ਕੇ ਇਦਾਂ ਬੈਠੀ ਆ, ਕੰਧ ਦੇ ਨਾਲ ਢਾਸਣਾ ਲਾਇਆ। ਕਹਿੰਦੇ ਉਹਨੂੰ ਬਿਠਾਇਆ। ਗ੍ਰੰਥੀ ਸਿੰਘ ਗੁਰਬਾਣੀ ਦਾ ਜਾਪ ਕਰ ਰਹੇ ਆ, ਬੋਲ ਕੇ ਗੁਰਬਾਣੀ ਸੁਣਾ ਰਹੇ ਆ। ਅਖੰਡ ਪਾਠ ਸਾਹਿਬ ਚੱਲ ਰਿਹਾ, ਸੁਖਮਨੀ ਸਾਹਿਬ ਦਾ ਜਾਪ ਚੱਲਦਾ ਹੈ। ਕਹਿੰਦੇ ਉਹਨਾਂ ਦੀ ਬੇਟੀ ਨੇ ਆਪਣੇ ਮਾਤਾ ਪਿਤਾ ਨੂੰ ਇਦਾਂ ਬੈਠਿਆਂ ਵੇਖਿਆ, ਤੇ ਡਾਕਟਰਾਂ ਨੇ ਕਿਹਾ ਸੀ ਇਹਦੀ 15 ਦਿਨਾਂ ਬਾਅਦ ਮੌਤ ਹੋ ਜਾਣੀ ਆ। ਡਾਕਟਰਾਂ ਨੇ ਇਹ ਕਿਹਾ ਸੀ। ਉਹਦੀਆਂ ਰਿਪੋਰਟਾਂ ਜਿਹੜੀਆਂ ਉਹ ਨਾਲ ਲੈ ਕੇ ਆਉਂਦਾ ਰਿਹਾ, 15 ਦਿਨਾਂ ਬਾਅਦ ਮਰ ਜਾਣਾ। ਤੇ ਬੇਟੀ ਨੇ ਨਾ ਉਹਦੀ ਨੇ ਜਦੋਂ ਆਪਣੇ ਮਾਤਾ ਪਿਤਾ ਨੂੰ ਇਦਾਂ ਇਕੱਠੇ ਬੈਠੇ, ਉਹ ਕਹਿੰਦੀ ਮੈਂ ਫੋਟੋ ਖਿੱਚਾਂ। ਅੱਜ ਤੋਂ ਪਤਾ ਨਹੀਂ ਹੈ ਪਿਤਾ ਜੀ ਰਹਿਣ ਜਾਂ ਨਾ, ਇਦਾਂ ਇਕੱਠੇ ਇਹਨਾਂ ਨੇ ਬਹਿਣਾ ਕਿ ਨਹੀਂ ਬਹਿਣਾ ਅੱਜ ਤੋਂ ਬਾਅਦ। ਅੱਜ ਉਹ ਕਹਿੰਦੇ ਇਦਾਂ ਨਾ ਫੋਟੋਆਂ ਖਿੱਚਦੀ ਆ। ਕਹਿੰਦੇ ਕਦੇ ਉਸ ਕੋਨੇ ਵਿੱਚ ਉਸ ਜਦੋਂ ਫੋਟੋਆਂ ਖਿੱਚਦਿਆਂ ਨਾ ਉੱਥੇ ਇਹ ਬੜੀਆਂ ਸੰਗਤਾਂ ਨੇ ਇਹ ਜਿਹੜਾ ਕੌਤਕ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਹੁੰਦਾ ਵੇਖਿਆ। ਕਹਿੰਦੇ ਸੁਖਮਨੀ ਸਾਹਿਬ ਦਾ ਜਾਪ ਚੱਲਦਾ ਹੈ, ਇੱਕ ਕਹਿੰਦੇ ਦੁੱਧ ਰੰਗੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਉੱਪਰ ਆਈ, ਚਿੱਟੇ ਰੰਗ ਦੀ ਜੋਤ 7-8 ਮਿੰਟ ਏਦਾਂ ਖੜੀ ਰਹੀ।
ਉਹ ਜਦੋਂ ਉਹ ਬੇਟੀ ਫੋਟਵਾਂ ਗ੍ਰੰਥੀ ਇੱਕਦਮ ਡਰਦਾ ਹੈ, ਫਿਰ ਉਹ ਬਾਣੀ ਦਾ ਜਾਪ ਪ੍ਰਾਰੰਭ ਕਰ ਦਿੰਦਾ ਹੈ। ਕਹਿੰਦੇ 7-8 ਮਿੰਟ ਉਹ ਜੋਤ, ਉਸ ਤੋਂ ਬਾਅਦ ਉਹ ਕਹਿੰਦੇ ਉਸ ਬੰਦੇ ਦੇ ਮੱਥੇ ਰਾਹੀਂ ਸਰੀਰ ਵਿੱਚ ਪ੍ਰਵੇਸ਼ ਕਰਦੀ ਆ। ਇਹ ਫੋਟੋਆਂ ਖਿੱਚੀਆਂ ਉਸ ਬੇਟੀ ਨੇ, ਉਹ ਫੋਟੋਆਂ ਵਿੱਚ ਵੀ ਆਈ। ਕਹਿੰਦੇ ਜਦੋਂ ਉਹ ਇਦਾਂ ਸਰੀਰ ਵਿੱਚ ਇੱਕਦਮ ਕਹਿੰਦੇ ਚਰਨਾਹਟ ਪੈਦਾ ਹੋਈ, ਕਹਿੰਦੇ ਉਹ ਬੰਦੇ ਨੇ ਆਪਣੇ ਘਰ ਵਾਲੀ ਨੂੰ ਕਿਹਾ ਤੂੰ ਇਦਾਂ, ਕਹਿੰਦੇ ਫਿਰ ਉਹਨੇ ਚੌਂਕੜਾ ਆਪਣੇ ਆਪ ਮਾਰਿਆ। ਚੌਂਕੜਾ ਮਾਰ ਕੇ ਉਹਨੂੰ ਦਿਸ ਨਹੀਂ ਰਿਹਾ ਕੁਛ। ਉਹਨੇ ਜਦੋਂ ਐਨਕ ਲਾਈ, ਜਦੋਂ ਐਨਕ ਲਾ ਕੇ ਵੇਖਿਆ, ਸਾਰਾ ਕੁਝ ਐ ਇੱਕਦਮ ਨਜ਼ਰ ਪੈ ਰਿਹਾ, ਕੰਨਾਂ ਦੀ ਸਰੋਤ ਵਾਪਸ ਆ ਗਈ, ਸਤਿਗੁਰੂ ਦੀ ਬਾਣੀ ਸੁਣ ਰਿਹਾ। ਫਿਰ ਉਹ ਕਹਿੰਦਾ ਹੁਣ ਮੈਂ ਠੀਕ ਹਾਂ। ਚੌਂਕੜਾ ਮਾਰ ਕੇ ਫਿਰ ਉਹਨੇ ਸਾਰਾ ਅਖੰਡ ਪਾਠ ਸਾਹਿਬ ਚੌਂਕੜਾ ਮਾਰ ਕੇ ਸਰਵਣ ਕੀਤਾ, ਭੋਗ ਪਿਆ। ਇਸ ਘਟਨਾ ਨੂੰ ਉਸ ਵੇਲੇ ਬਹੁਤ ਨੇ ਵੇਖਿਆ। 2000 ਸ਼ਾਇਦ 2 ਦੀ ਗੱਲ ਇਹ ਜਾਪਦੀ ਆ। ਉਹ ਦੱਸਦਾ ਹੈ ਤੇ ਮਸਕੀਨ ਜੀ ਉਹਨੂੰ ਆਪਣੇ ਨਾਲ ਲੈ ਕੇ ਜਾਂਦੇ ਰਹੇ, ਜਿੱਥੇ ਵੀ ਜਾਂਦੇ ਸੀ। ਉਹ ਫਿਰ ਦੱਸਦਾ ਰਿਹਾ ਲੋਕਾਂ ਨੂੰ। ਕਹਿੰਦੇ ਜਦੋਂ ਫਿਰ ਉਹ ਐਨ ਠੀਕ ਹੋਇਆ, ਅਖੰਡ ਪਾਠ ਸਾਹਿਬ ਹੋ ਗਏ, ਭੋਗ ਪੈ ਗਿਆ, ਫਿਰ 3-4 ਦਿਨ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਰਹਿ ਕੇ ਸੇਵਾ ਕੀਤੀ। ਜਿਹੜਾ ਐਂਬੂਲੈਂਸ ਵਿੱਚ ਪੈ ਕੇ ਆਇਆ, ਉਹ ਟ੍ਰੇਨ ਵਿੱਚ ਬਹਿ ਕੇ ਗਿਆ। ਆਖੋ ਸਤਨਾਮ ਸ਼੍ਰੀ। ਤੇ ਜਦੋਂ ਜਾ ਕੇ ਕਹਿੰਦੇ ਰਿਪੋਰਟਾਂ ਵਿਖਾਈਆਂ, ਉਹ ਰਿਪੋਰਟਾਂ ਵੇਖ ਕੇ ਤੇ ਅੱਜ ਨਵੀਆਂ ਰਿਪੋਰਟਾਂ ਜਦੋਂ ਡਾਕਟਰਾਂ ਕੀਤੀਆਂ, ਡਾਕਟਰ ਹੈਰਾਨ ਰਹਿ ਗਏ। ਕਹਿੰਦੇ ਤੇਰੇ ਵਿੱਚ ਤਾਂ ਕੈਂਸਰ ਨਾਮ ਦੀ ਕੋਈ ਬਿਮਾਰੀ ਨਹੀਂ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰੇ ਵਿੱਚ ਕੋਈ ਕੈਂਸਰ ਨਾਮ ਦੀ ਬਿਮਾਰੀ ਨਹੀਂ ਰਹੀ। ਜਦੋਂ ਕਹਿੰਦੇ ਸੁਣਿਆ, ਫਿਰ ਕਹਿੰਦੇ ਉਹ ਛੇਤੀ ਦੇਣੇ, ਫਿਰ ਉਹ ਵਾਪਸ ਆਉਂਦਾ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ। ਤੇ ਉਹਨਾਂ ਮਸਕੀਨ ਜੀ ਦੀ ਫਿਰ ਕਥਾ ਸੁਣਨੀ ਪ੍ਰਾਰੰਭ ਕੀਤੀ। ਉਹਨਾਂ ਫਿਰ ਸਟੇਜ ਤੇ ਮਸਕੀਨ ਜੀ ਨੇ ਸਪੈਸ਼ਲ ਟਾਈਮ ਦੇਣਾ ਉਹਨਾਂ ਨੂੰ। ਉਹ ਆਪਣੀਆਂ ਰਿਪੋਰਟਾਂ ਵੀ ਨਾਲ ਲੈ ਕੇ ਆਉਂਦਾ, ਉਦੋਂ ਪਹਿਲਾਂ ਵਾਲੀਆਂ ਬਾਅਦ ਵਾਲੀਆਂ ਤੋਂ ਫੋਟੋਆਂ ਦਿਖਾਉਂਦਾ। ਉਹ ਦੁਨੀਆ ਦੇ ਲੋਕੋ, ਜਿਹੜੇ ਲੋਕ ਕਹਿੰਦੇ ਉਹ ਰੱਬ ਕਿਤੇ ਨਹੀਂ, ਉਹ ਰੱਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਖਸ਼ਾਤ ਬੈਠੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਕਹਿੰਦਾ ਰੱਬ ਜੇ ਕਿਸੇ ਨੇ ਵੇਖਣਾ ਹੈ, ਓਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ। ਤੇ ਸਾਧ ਸੰਗਤ, ਐਸੀਆਂ ਨਿਤ ਦੀਆਂ ਕਰਾਮਾਤਾਂ, ਇਹ ਜਦੋਂ ਜਦੋਂ ਸਿੱਖੀ ਨਿਗਰਦੀ ਜਾ ਰਹੀ ਹੈ, ਐਸੀਆਂ ਕਰਾਮਾਤਾਂ ਗੁਰੂ ਰਾਮਦਾਸ ਦੇ ਘਰ ਵਰਤਦੀਆਂ ਰਹੀਆਂ ਨੇ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਇਦਾਂ ਦੇ ਇੱਕ ਚਮਤਕਾਰ ਹੋਇਆ ਸੀ। 18ਵੀਂ ਸਦੀ ਦਾ ਸਮਾਂ ਬੀਤਦਾ ਜਾਂਦਾ ਸੀ, 1900 ਨਹੀਂ ਸੀ ਆਇਆ। 18ਵੀਂ ਸਦੀ ਦੇ ਸਮੇਂ ਵਿੱਚ ਉਹ ਤਰੀਕ ਉੱਥੇ ਲਿਖੀ ਵੀ, ਵਿਦਵਾਨ ਕਹਿੰਦੇ ਆ ਵੀ ਉੱਥੇ ਲਿਖੀ ਹੋਈ ਆ, ਉੱਥੇ ਉਹ ਸਾਰਾ ਵੇਰਵਾ ਦਿੱਤਾ ਗਿਆ। ਜਦੋਂ ਸਿੱਖੀ ਨਿਗਰਦੀ ਜਾ ਰਹੀ ਸੀ ਨਾ, ਸਿੱਖ ਜਿਹੜੇ ਆ ਟੁੱਟਦੇ ਜਾ ਰਹੇ ਸੀ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ, ਬਹੁਤੇ ਸਿੱਖ ਦੂਰ ਜਾ ਰਹੇ ਸੀ। ਉਸ ਵੇਲੇ ਵੀ ਇੱਕ ਫਿਰ ਕਹਿੰਦੇ ਇੱਕ ਪ੍ਰਕਾਸ਼ ਜਿਹੜਾ ਹੈ ਡਿਉਢੀ ਦੇ 4 ਸਪੇਰੇ ਘੁੰਮਿਆ, ਪ੍ਰਕਾਸ਼ ਦਾ ਗੋਲਾ 4 ਸਪੇਰੇ ਘੁੰਮਿਆ। ਉਸ ਤੋਂ ਬਾਅਦ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹ ਪ੍ਰਕਾਸ਼ ਪ੍ਰਵੇਸ਼ ਕਰ ਗਿਆ। ਉਹ ਲਿਖਿਆ ਹੋਇਆ ਉੱਥੇ ਤਰੀਕ ਵੀ, ਸਿੱਖਾਂ ਫੇਰ ਭਰੋਸੇ ਵੱਜ ਗਏ, ਫੇਰ ਵਿਸ਼ਵਾਸ ਵੱਜ ਗਏ। ਓਏ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਵੀ ਗੁਰੂ ਰਾਮਦਾਸ ਸਾਡੀ ਅਗਵਾਈ ਕਰ ਰਹੇ ਆ। ਓਏ ਅੱਜ ਵੀ ਸਤਿ ਸ੍ਰੀ ਅਕਾਲ। ਅੱਜ ਵੀ ਜੇ ਸਾਧ ਸੰਗਤ ਜੀ ਸਤਿਗੁਰਾਂ ਦੇ ਘਰ ਜਾ ਕੇ ਅਸੀਂ ਭਰੋਸਾ ਰੱਖ ਕੇ ਸਾਧ ਸੰਗਤ ਸਤਿਗੁਰੂ ਦੇ ਦਰ ਘਰ ਦੇ ਨਾਲ ਜੁੜ ਜਾਈਏ ਨਾ, ਕਿਤੇ ਜਾਣ ਦੀ ਲੋੜ ਨਹੀਂ ਹੈ, ਕਿਤੇ ਜਾਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਇੰਨਾ ਭਰੋਸਾ ਵਿਸ਼ਵਾਸ ਵੱਜ ਜਾਏ। ਗੁਰੂ ਰਾਮਦਾਸ ਦੇ ਘਰ ਜਾ ਕੇ ਅਰਦਾਸ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤਾਂ ਅੱਜ ਵੀ ਕਰਦੇ ਆ, ਬਖਸ਼ਿਸ਼ਾਂ ਅੱਜ ਵੀ ਦਿੰਦੇ ਆ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵੇਲੇ ਦੁਕਾਨਦਾਰ ਇਕੱਠੇ ਹੋ ਕੇ ਆ ਗਏ ਸੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ।
महाराज दुकानां दा काम खड़ गया, पैसा एक भी कोले नहीं है, भुखे मर रहे हैं। गुरु अर्जन देव महाराज पूछण लगे, कहंदे भाई, कहंदे गुरु रामदास महाराज दे चरनां विच किन्ने वजे हाजरी भरदे हो? कहंदे महाराज नित ते नहीं आईदा, जिस दिन कोई टाइम लगदा उदे आउणे आ। गुरु अर्जन देव महाराज कहंदे, ओए अमृतसर साहिब दे वासी होके, गुरु रामदास दी नगरी दे वासी होके, जे तुसी गुरु रामदास दे चरनां विच नहीं आ सकदे, कहंदे फिर तुसी भुखे ही मरना। आखो सतनाम श्री वाहिगुरू। कहंदे नित आया करो, ये बख्शिशां कीतियां। अज भी वो रहमतां गुरु रामदास दे घर बख्शिशां मिलदियां ने। ओए कोई अरदास भावना दे नाल तू गुरु रामदास दे घर करके तां वेख, गुरु ग्रंथ साहिब महाराज ते भरोसा रख के अज अरदास करके वेख। पर सतगुरु कहंदे होवे दिलों, खुदा करता है मंजूर दुआ, दुआ जब दिल से होती है, मुश्किल तो सबसे ये है कि जे बड़ी मुश्किल से होती है। मुश्किल है अंदरों विश्वास भरोसा रख के। अब पिछले दिन भी एक जिहड़ा एन ओ जिन्हों ICU कहते हैं ना, ਉਹਦੇ ਵਿੱਚ ਕਿਸੇ ਦਾ नौजवान पुत्र बीमारी ਦੇ ਨਾਲ, ਤੇ ਉਹ ਪਰਿਵਾਰ ਭਰੋਸਾ ਰੱਖ ਕੇ ICU ਦੇ ਵਿੱਚੋਂ ਆਪਣੇ ਬੱਚੇ ਨੂੰ ਲੈ ਕੇ ਦਰਬਾਰ ਸਾਹਿਬ ਆਏ। ਕਹਿੰਦੇ ਜੇ ਡਾਕਟਰਾਂ ਦੇ ਬਿਮਾਰੀ ਨਹੀਂ ਸਮਝ ਆ ਸਕਦੀ ਗੁਰੂ ਰਾਮਦਾਸ, ਤੇ ਇਥੋਂ ਵੱਡਾ ਕੋਈ ਡਾਕਟਰ ਵੀ ਨਹੀਂ ਹੈ। ਅੱਜ ਵੀ ਇੰਨਾ ਭਰੋਸਾ ਰੱਖਣ ਵਾਲੇ ਸਿੱਖ ਨੇ, ਤੇ ਸਾਨੂੰ ਭਰੋਸਾ ਵਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸੰਪੂਰਨਤਾ ਦਿਵਸ ਬਣਾ ਰਹੇ ਆ। ਪਰਨ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ, ਰਹਿਮਤ ਕਰੋ ਮਹਾਰਾਜ। ਕਲਯੁਗ ਦੇ ਵਿੱਚ ਬੜੀਆਂ ਮਾਰਾਂ ਪੈ ਰਹੀਆਂ ਨੇ, ਸਤਿਗੁਰੂ ਰਹਿਮਤ ਕਰੋ, ਭਰੋਸਾ ਵਜੇ, ਸਤਿਗੁਰੂ ਰਹਿਮਤ ਕਰੋ, ਬਖਸ਼ਿਸ਼ ਕਰੋ ਮਹਾਰਾਜ। ਕਿਤੇ ਵੀ ਨਹੀਂ ਗਏ ਸਾਧ ਸੰਗਤ ਜੀ, ਅੱਜ ਵੀ ਹਾਜ਼ਰ ਨਾਜ਼ਰ ਨੇ। ਉਹ ਆ ਧਨ ਦੌਲਤੀਆਂ, ਧਨ ਦੌਲਤਾਂ ਦੀਆਂ ਤਾਂ ਖੇਡਾਂ ਹੀ ਥੋੜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਾਸਤੇ। ਇੱਥੇ ਤਾਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਉਹ ਦਾਸੀ ਹੈ ਗੁਰੂ ਰਾਮਦਾਸ ਦੇ ਘਰ ਦੀ ਲక్ష్ਮੀ। ਉਹ ਆ ਮਾਇਆ ਦੀਆਂ ਤੇ ਖੇਡਾਂ ਹੀ ਕੁਛ ਹੋਰ ਨੇ। ਸਾਧ ਸੰਗਤ ਆਓ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਆਪ ਜੁੜੀਏ, ਅੰਮ੍ਰਿਤ ਧਾਰੀ ਹੋਈਏ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ। ਦਮਦਮਾ ਸਾਹਿਬ ਦੀ ਧਰਤੀ ਤੇ ਹਾਜ਼ਰੀ ਲਵਾਇਆ ਕਰੀਏ। ਹਫ਼ਤੇ ਵਿੱਚ ਇੱਕ ਦਿਨ ਜ਼ਰੂਰ ਕੱਢਿਆ ਕਰੋ ਕਿ ਜਾ ਕੇ ਆਉਣਾ ਕਲਗੀਧਰ ਸੱਚੇ ਪਾਤਸ਼ਾਹ, ਇੱਥੇ ਹੀ ਵੱਡੀਆਂ ਰਹਿਮਤਾਂ ਬਖਸ਼ਿਸ਼ਾਂ ਕਰ ਦੇਣਗੇ ਸਤਿਗੁਰੂ। ਸਮਾਂ ਲੱਗੇ, ਮਹੀਨੇ 2 ਮਹੀਨਿਆਂ ਵਿੱਚੋਂ ਚੱਲ ਮਨਾ ਗੁਰੂ ਰਾਮਦਾਸ ਦੇ ਘਰ ਹਾਜ਼ਰੀ ਲਵਾ ਕੇ ਆਈਏ। ਇਹ ਇਦਾਂ ਦਾ ਸੁਭਾਅ ਬਣਾਈਏ ਜ਼ਿੰਦਗੀ ਵਿੱਚ, ਤੇ ਸਤਿਗੁਰੂ ਪਾਤਸ਼ਾਹ ਕਿਉਂ ਨਹੀਂ ਸਾਡੇ ਤੇ ਰਹਿਮਤਾਂ ਕਰਨਗੇ। ਸਾਧ ਸੰਗਤ ਗੁਰੂ ਦੇ ਵਿੱਚ ਅੱਜ ਵੀ ਉਸੇ ਬਖਸ਼ਿਸ਼ਾਂ ਨੇ, ਪਰ ਸਾਡਾ ਭਰੋਸਾ ਤੇ ਵਿਸ਼ਵਾਸ ਕਿਧਰੇ ਹੋਰ ਚਲਿਆ ਗਿਆ। ਆਓ ਗੁਰੂ ਰਹਿਮਤ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਸਾਰੀਆਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਓ ਮਹਾਰਾਜ। ਰਹਿਮਤ ਕਰੋ ਸਾਰੀਆਂ ਸੰਗਤਾਂ ਤੇ ਸਤਿਗੁਰੂ ਜੀ। ਆਓ ਆਪਾਂ ਪਹਿਲਾਂ ਵੀ ਧਾਰਨਾ ਪੜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰੋ ਕਿਰਪਾ ਸਾਰੀਆਂ ਸੰਗਤਾਂ ਤੇ। ਲਾਸਟ ਧਾਰਨਾ, ਫਿਰ ਆਨੰਦ ਸਾਹਿਬ ਜੀਆਂ ਦੇ ਜਾਪ, ਸਾਰੇ ਕਰੋ ਕਿਰਪਾ। ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ, ਮੇਰੇ ਗੁਰੂ ਗ੍ਰੰਥ ਪਿਆਰੇ ਜੀ। ਹਾਜ਼ਰ ਨਾਜ਼ਰ ਸਤਿਗੁਰ ਹੋ, ਗੁਰੂ ਗ੍ਰੰਥ ਪਿਆਰੇ ਜੀ। ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ, ਗੁਰੂ ਗ੍ਰੰਥ ਪਿਆਰੇ ਜੀ। ਹਾਜ਼ਰ ਨਾਜ਼ਰ ਸਤਿਗੁਰ ਹੋ, ਗੁਰੂ ਗ੍ਰੰਥ ਪਿਆਰੇ ਜੀ। ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ, ਗੁਰੂ ਗ੍ਰੰਥ ਪਿਆਰੇ ਜੀ। ਹਾਜ਼ਰ ਨਾਜ਼ਰ ਸਤਿਗੁਰ ਹੋ, ਗੁਰੂ ਗ੍ਰੰਥ ਪਿਆਰੇ ਜੀ। ਹੈ ਮਿਹਰ ਤੁਸਾਂ ਦੀ ਸੰਗਤਾਂ ਤੇ, ਮਿਹਰ ਤੁਸਾਂ ਦੀ ਸੰਗਤਾਂ ਤੇ, ਮਿਹਰ ਤੁਸਾਂ ਦੀ ਸੰਗਤਾਂ ਤੇ, ਵੇ ਤੁਸਾਂ ਦੀ ਸੰਗਤਾਂ ਤੇ, ਮਿਹਰ ਤੁਸਾਂ ਦੀ ਸੰਗਤਾਂ ਤੇ, ਵੇ ਤੁਸਾਂ ਦੀ ਸੰਗਤਾਂ ਤੇ। ਸੰਗਤ ਹੈ ਤੁਸਾਂ ਸੁਹਾਰੇ ਜੀ,
संगत है तुसां सहारे जी, 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 संगत है तुसां सहारे जी। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ। ਹੱਥ ਜੋੜ ਕੇ ਇਹੋ ਅਰਦਾਸ ਮੇਰੀ ਸੱਚੇ ਪਾਤਸ਼ਾਹ, ਇਹੋ ਅਰਦਾਸ ਹੈ ਹੱਥ ਜੋੜ ਕੇ ਤੇਰੇ ਚਰਨਾਂ ਨਾਲ ਪ੍ਰੀਤ ਬਣ ਜਾਏ। ਮਹਾਰਾਜ ਇਹਨੂੰ ਹੋਰ ਨਾ ਕੋਈ ਖਰੀਦ ਸਕੇ। ਰਹੇ ਜਿੰਦ ਗਹਿਣੇ ਜਿੰਦ ਰਹੇ ਤੁਸਾਂ ਦੇ ਪਾਸ ਮੇਰੀ। ਆ ਜਿੰਦ ਗਹਿਣੇ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਫਿਰ ਵੇਖੀ ਰਹਿਮਤਾਂ। ਆਓ ਗੁਰੂ ਕਿਰਪਾ ਕਰੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪਰਸੋਂ ਰੋਜ਼ ਤੋਂ ਲੈ ਕੇ ਆਪ ਜੀਆਂ ਨੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚਿਆ ਕਰੋ ਭਾਈ, ਵੱਧ ਚੜ ਕੇ ਹਾਜ਼ਰੀਆਂ ਲਵਾਇਆ ਕਰੋ। ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਵਿੱਚ ਅੰਮ੍ਰਿਤ ਵੇਲੇ ਫਿਰ ਜੋ ਲੜੀਵਾਰ ਕਥਾ ਹੁੰਦੀ ਹੈ ਇਤਿਹਾਸ ਦੀ, ਤੇ 3 ਤਰੀਕ ਨੂੰ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਵਿਆਹ ਪੁਰਬ ਆ ਰਿਹਾ, ਉਹ ਵੀ ਲੜੀਵਾਰ ਕਥਾ ਫਿਰ ਆਪਾਂ ਸਰਵਣ ਕਰਾਂਗੇ। ਗੁਰੂ ਨਾਨਕ ਮਹਾਰਾਜ ਜੀਆਂ ਦੇ ਵਿਆਹ ਪੁਰਬ ਦੀ ਕਥਾ ਵੀ ਆਪਾਂ ਸਾਰੇ ਰਲ ਮਿਲ ਕੇ ਕਲਗੀਧਰ ਸੱਚੇ ਪਾਤਸ਼ਾਹ ਜੀਆਂ ਦੇ ਗੁਣ ਗਾਉਣੇ ਆ। ਅੱਜ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ ਸਮਾਉਣਾ ਦਿਵਸ। ਇਸ ਕਰਕੇ ਆਓ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ। ਸਾਰੀਆਂ ਸੰਗਤਾਂ ਭੁੱਲਾਂ ਦੀ ਖਿਮਾ ਕਰਿਓ। ਸਾਰੀਆਂ ਸੰਗਤਾਂ ਬਖਸ਼ਣਯੋਗ ਨੇ, ਗੁਰੂ ਬਖਸ਼ਣਯੋਗ ਹੈ। ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਬੋਲਦਿਆਂ ਤੋਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਜੀ ਬਖਸ਼ਣਯੋਗ ਨੇ, ਆਪ ਸੰਗਤਾਂ ਬਖਸ਼ਣਯੋਗ ਨੇ। ਬੜੇ ਪਿਆਰ ਵਿੱਚ ਤੁਸਾਂ ਬਹਿ ਕੇ ਹਾਜ਼ਰੀ ਭਰੀਏ, ਕਿਉਂਕਿ ਜਿਹੜਾ ਸ਼ਾਮ ਦਾ ਸਮਾਂ ਇਸੇ ਕਰਕੇ ਲਿਖਿਆ ਗਿਆ ਸੀ। ਸਵੇਰ ਦੇ ਵੇਲੇ ਸੰਗਤ ਇਕੱਠ ਬਹੁਤ ਹੋ ਜਾਂਦਾ ਹੈ, ਪਰ ਹਰ ਇੱਕ ਦੇ ਮਨ ਵਿੱਚ ਕਾਹਲੀ ਹੁੰਦੀ ਹੈ। ਇਸ ਵੇਲੇ ਜਿਹੜਾ ਆਨੰਦ ਵਸਦਾ ਹੈ ਨਾ, ਇਕਾਗਰਤਾ ਬਣਦੀ ਹੈ। ਉਹ ਹੋਰ ਵੇਲਾ ਜਿਹੜੀ ਹੈ ਨਾ, ਉਹ ਸਵੇਰ ਵੇਲੇ ਉਹ ਇਕਾਗਰਤਾ ਨਹੀਂ ਬਣਦੀ, ਜਿਹੜੀ ਇਸ ਵੇਲਾ ਜਿਹੜਾ ਆਨੰਦ ਬਣਦਾ ਹੈ। ਆਓ ਗੁਰੂ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਗੁਰੂ ਰਹਿਮਤ ਕਰੇ। ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਵਿੱਚ ਸਤਿਗੁਰੂ ਜੀ ਜੋੜ ਕੇ ਰੱਖਣ। ਸਿਮਰਨ ਜਿਹੜਾ ਹੈ ਉਹ ਚੱਲ ਰਿਹਾ ਲਗਾਤਾਰ, ਕੱਲ੍ਹ ਨੂੰ ਸਿਮਰਨ ਉਸੇ ਤਰ੍ਹਾਂ ਚੱਲੇਗਾ। ਤੇ ਰਹਿਰਾਸ ਸਾਹਿਬ ਜੀਆਂ ਦੇ ਪਾਠ ਤੋਂ ਉਪਰੰਤ ਅੱਧਾ ਪੌਣਾ ਘੰਟਾ ਸਿਮਰਨ ਹੁੰਦਾ ਹੈ। ਜਿੰਨਾ ਵੀ ਸਮਾਂ ਹੋਵੇ 5-7 ਮਿੰਟਾਂ ਦਾ ਸਮਾਂ ਪਹੁੰਚ ਕੇ ਜ਼ਰੂਰ ਹਾਜ਼ਰੀ ਲਵਾਇਆ ਕਰੋ ਭਾਈ। ਤੇ ਸਾਰੀਆਂ ਸੰਗਤਾਂ ਨਗਰ ਦੇ ਭਲੇ ਦੇ ਲਈ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਜੁੜ ਕੇ ਆਪਾਂ ਆਪਣੇ ਜੀਵਨ ਨੂੰ ਸਫਲਾ ਕਰੀਏ। ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜੀਏ। ਆਓ ਸਾਰੀਆਂ ਸੰਗਤਾਂ ਆਨੰਦ ਸਾਹਿਬ ਦੇ ਪਾਠ ਵਿੱਚ ਗੱਜ ਵੱਜ ਕੇ ਲਵਾਈਏ ਹਾਜ਼ਰੀ। ਕੋਈ ਰਸਨਾ ਬਾਂਝੀ ਨਾ ਰਵੇ। ਸਾਰੇ ਕਰੋ ਕਿਰਪਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰ ਤਾਂ ਪਾਇਆ ਸਹਿਜ ਸੇਤੀ, ਮਨ ਦੀਆਂ ਬਧਾਈਆਂ। ਰਾਗ ਰਤਨ ਪਰਿਵਾਰ ਪ੍ਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਂ ਤਾਂ ਗਾਵੋ ਹਰੀ ਤੇਰਾ, ਮਨ ਦੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਦੁੱਖ ਮਨੋ ਵਿਸਾਰੇ। ਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਹਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਸਾਵੇ। ਨਾਮ ਜੇ ਕੈ ਮਨ ਵਸਿਆ, ਵਾਜੇ ਸਭ ਦਿਸਨੇਰੇ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ, ਖਰਾ ਜਿਤ ਕਰ ਧਾਰੀਆਂ। ਪੰਜ ਦੂਤ ਸੁਗਵਾਸ ਕੀਤੇ, ਕਾਲ ਕੰਠ ਮਾਰਿਆ। ਤੁਰ ਕਦਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ
ਕਹਿ ਲਾਗੇ। ਕਹਿ ਨਾਨਕ ਲੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਕਰ ਪਾਇਆ ਉਤਰੇ ਸਗਲ ਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਹੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਅੰਤ ਨਾਨਕ ਗੁਰ ਜਨਮ ਲਾਗੇ ਵਾਜੇ ਅਨਹਦ ਤੂਰੇ ਸਲੋ। ਪਵਨੇ ਗੁਰੂ ਪਾਣੀ ਪਿਤਾ ਮਾਤਾ ਸਰਪ ਮਹਤ। ਦੇਵ ਸਰਾ ਦੁਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਰਤੈ ਧਰਮ ਹਜ਼ੂਰ। ਸਰਵੇ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ। ਨਾਨਕ ਦੇ ਮੁਖ ਉਜਲੇ ਕੀਤੀ ਸੁਖੀ ਨਾਦ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ। ਨਾਨਕ ਦੇ ਮੁਖ ਉਜਲੇ ਕੀਤੀ ਸੁਖੀ ਨਾਦ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਠਾਕੁਰ ਹੈ ਅਰਦਾਸ ਜੀਓ ਪਿੰਡ